सुरा सो पहचानिया जो लरा दीन का हेत। पुरजा पुरजा कट मारा कबहू न छाड़ा खेत। पुरजा पुरजा कट मारा कबहू न छाड़ा खेत। डंडौत बंदन अनेक बार सर्व कला समरथ। डोलन तेरा कोह प्रभु नानक दे कर हथ। धन वाहिगुरु ਸਾਹਿਬ ਜੀਓ। ਸਾਵਣ ਸਰਸੀ ਕਮਣੀ ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ ਏਕੋ ਨਾਮ ਆਧਾਰ। ਸਾਵਣ ਸਰਸੀ ਕਮਣੀ ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ ਇੱਕੋ ਨਾਮ ਆਧਾਰ। ਵਿਖਿਆ ਰੰਗ ਕੂੜਾ ਵਿਆ ਦਿਸਨ ਸਭੇ ਸਾਰ। ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। ਹਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ। ਜਿਨੀ ਸਖੀਏ ਪ੍ਰਭ ਪਾਇਆ ਹਾਂ ਤਿਨ ਕੈ ਸਦ ਬਲਿਹਾਰ। ਨਾਨਕ ਹਰ ਜੀ ਮਇਆ ਕਰ ਸ਼ਬਦ ਸੁਵਾਰਣ ਹਾਰ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ। ਨਾਨਕ ਹਰ ਜੀ ਮਇਆ ਕਰ ਸ਼ਬਦ ਸੁਵਾਰਣ ਹਾਰ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗ ਜੁਗ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ ਮਨੁੱਖਤਾ ਦੇ ਸਾਂਝੇ ਰਹਿਬਰ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਮੁਕੱਦਸ ਹਜ਼ੂਰੀ ਦੇ ਅੰਦਰ ਸਾਵਣ ਮਹੀਨੇ ਦੀ ਅਰੰਭਤਾ ਨੂੰ ਮੁੱਖ ਰੱਖਦਿਆਂ ਹੋਇਆਂ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹਾਂ ਜੋ ਸਾਹਿਬਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਇਆ ਦੇ ਸਦਕਾ ਪਾਵਨ ਗੋਦ ਦੇ ਅੰਦਰ ਜੁੜ ਕਰਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਉਪਰੰਤ ਕੁਝ ਵਕਤ ਗੁਰਮਤ ਇਤਿਹਾਸਕ ਵਿਚਾਰਾਂ ਕਰਨ ਦਾ ਪ੍ਰਾਪਤ ਹੋ ਰਿਹਾ ਹੈ।
ਸਭ ਦੀ ਬਖਸ਼ਿਸ਼ ਦਾ ਸਦਕਾ ਸਾਵਣ ਮਹੀਨੇ ਦਾ ਜੋ ਉਪਦੇਸ਼ ਸਾਹਿਬ ਨੇ ਮੁਬਾਰਕ ਬਾਣੀ 12 ਮਾਹ ਦੇ ਅੰਦਰ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਸ ਨੂੰ ਸਮਝਣ ਦਾ ਆਪਾਂ ਯਤਨ ਕਰਨਾ ਹੈ। ਜਿੱਥੇ ਅੱਜ ਸਾਵਣ ਮਹੀਨੇ ਦੀ ਅਰੰਭਤਾ ਹੈ, ਉੱਥੇ ਹੀ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹਾਦਤ ਪੁਰਬ ਵੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪਾਵਨ ਸ਼ਬਦ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, 12 ਮਾਹ ਬਾਣੀ ਦੇ ਸਿਰਲੇਖ ਹੇਠ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਪਾਤਸ਼ਾਹ ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਅੰਕ 134 ਦੇ ਉੱਤੇ ਸ਼ੁਭਾਇਮਾਨ ਹੈ। 12 ਮਾਹ ਬਾਣੀ, ਜਦੋਂ 12 ਮਾਹ ਸਿਰਲੇਖ ਦੀ ਗੱਲ ਕਰਦੇ ਆ ਤੇ 12 ਮਾਹ ਪਹਿਲੀ ਵਾਰ ਗੁਰੂ ਅਰਜਨ ਪਾਤਸ਼ਾਹ ਨੇ ਨਹੀਂ ਉਚਾਰਿਆ ਸੀ। ਗੁਰਬਾਣੀ ਦੇ ਅੰਦਰ ਬੜੀ ਵਾਰ ਤੁਹਾਨੂੰ ਸਿਰਲੇਖ ਮਿਲਣਗੇ, ਜਿਹੜੇ ਸਿਰਲੇਖ ਆਮ ਪ੍ਰਚਲਿਤ ਸਨ। ਘੋੜੀਆਂ ਆਮ ਪ੍ਰਚਲਿਤ ਨੇ। ਗੁਰਬਾਣੀ ਦੇ ਅੰਦਰ ਘੋੜੀਆਂ ਸਿਰਲੇਖ ਦਿੱਤਾ ਹੋਇਆ ਹੈ। ਸੁਹਿਲਾ ਆਮ ਪ੍ਰਚਲਿਤ ਹੈ। ਸਾਹਿਬ ਨੇ ਮੁਬਾਰਕ ਬਾਣੀ ਦੇ ਅੰਦਰ ਇਹ ਸਿਰਲੇਖ ਦੇ ਦਿੱਤਾ। ਉਹਦਾ ਕਾਰਨ ਹੈ, ਸਾਹਿਬ ਨੇ ਸਾਨੂੰ ਜਿੱਦਣ ਉਪਦੇਸ਼ ਬਖਸ਼ਿਸ਼ ਕੀਤਾ ਹੈ ਨਾ, ਤੇ ਬੜੇ ਸਰਲ ਤੇ ਸਹਿਜ ਢੰਗ ਦੇ ਨਾਲ ਉਪਦੇਸ਼ ਬਖਸ਼ਿਆ ਤਾਂ ਕਿ ਸਾਨੂੰ ਸੌਖਿਆਂ ਸਮਝ ਆ ਜਾਏ, ਸਾਨੂੰ ਜਿਉਣਾ ਆ ਜਾਏ ਜਿਵੇਂ ਗੁਰਬਾਣੀ ਸਾਨੂੰ ਸਿਖਾਉਂਦੀ ਹੈ। ਅਸੀਂ ਰੱਬੀ ਬਾਣੀ ਦੇ ਕੋਲੋਂ ਜਿਉਣਾ ਸਿੱਖਣਾ ਸੀ। ਮੈਂ ਅਕਸਰ ਬੇਨਤੀ ਕਰਦਾ ਹਾਂ ਕਿ ਸਤਿਗੁਰੂ ਨੇ ਬਾਣੀ ਦੇ ਅੰਦਰ ਸਾਨੂੰ ਸਪਸ਼ਟ ਕਰਕੇ ਦਿੱਤਾ ਹੈ ਵੀ ਬਾਣੀ ਨੂੰ ਪੜ੍ਹ ਕੇ ਕਰਨਾ ਕੀ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬੜੀਆਂ। ਇਹ ਗੁਰਬਾਣੀ ਉਸ ਅਕਾਲ ਪੁਰਖ ਦਾ ਸਰੂਪ ਹੈ, ਉਸ ਅਕਾਲ ਪੁਰਖ ਦੇ ਸਰੂਪ ਨੂੰ ਬਿਆਨ ਕਰਦੀ ਹੈ। ਤੇ ਸਭ ਕਹਿੰਦੇ ਇਸ ਬਾਣੀ ਦੇ ਰਾਹੀਂ ਸਿੱਖਣਾ ਹੈ। ਅਸੀਂ ਆਉਂਦੇ ਵੀ ਤਾਂ ਹੀ ਕੁਝ ਕਰਨਾ ਹੈ। ਬੱਚੇ ਨੂੰ ਪੁੱਛੋ ਕਿ ਤੂੰ ਸਕੂਲ ਜਾਣਾ ਹੈ, ਕਿਉਂ ਜਾਣਾ, ਕੀ ਕਰਨ ਵਾਸਤੇ ਜਾਣਾ? ਬੱਚਾ ਕਹੇਗਾ ਵੀ ਸਕੂਲ ਪੜ੍ਹਨ ਵਾਸਤੇ ਜਾਣਾ। ਹੁਣ ਜੇ ਉਹ ਪੜ੍ਹ ਕੇ ਨਾ ਆਵੇ ਤੇ ਉਹਦਾ ਜਾਇਆ ਹੋਇਆ ਸਫਲਤਾ ਨਹੀਂ ਹੈ। ਕਿਹਾ ਤਾਂ ਰੋਜ਼ ਹੈ ਪਰ ਸਫਲ ਨਹੀਂ ਹੈ, ਕਿਉਂਕਿ ਜਿਹੜਾ ਕਾਰਜ ਉੱਥੇ ਜਾ ਕੇ ਕਰਨਾ ਸੀ ਉਹ ਭੁੱਲ ਗਿਆ, ਉਹ ਯਾਦ ਨਹੀਂ ਰਿਹਾ। ਸਕੂਲ ਜਾਂਦਾ ਹੈ, ਰੋਜ਼ਾਨਾ ਪਹੁੰਚਦਾ ਹੈ, ਪਰ ਉੱਥੇ ਜਿਹੜਾ ਕਾਰਜ ਕਰਨ ਗਿਆ ਸੀ ਉਹ ਕਰਕੇ ਨਾ ਆਵੇ ਤੇ ਅਖੀਰ ਦੇ ਵਿੱਚ ਰਿਜ਼ਲਟ ਕੀ ਆਵੇ? ਰਿਜ਼ਲਟ ਤਾਂ ਫੇਲ ਦਾ ਆਵੇਗਾ ਨਾ, ਫਿਰ ਪਾਸ ਦਾ ਤਾਂ ਨਹੀਂ ਆ ਸਕਦਾ। ਤੇ ਸਹਿਬ ਮੁਬਾਰਕ ਬਾਣੀ ਦੇ ਅੰਦਰ ਸਾਨੂੰ ਸਮਝਾਉਂਦੇ ਨੇ, ਜਦੋਂ ਗੁਰੂ ਦੇ ਦਰ ਦੇ ਉੱਤੇ ਆਉਣਾ ਹੈ ਤੇ ਕਰਨ ਕੀ ਆਇਆ ਹੈ ਤੈਨੂੰ ਪਤਾ ਹੋਣਾ ਚਾਹੀਦਾ। ਸਾਨੂੰ ਪਤਾ ਹੀ ਨਹੀਂ ਹੈ ਅਸੀਂ ਕਰਨ ਕੀ ਆ ਰਹੇ ਆ। ਸਾਡੀ ਮੁਸ਼ਕਲ ਹੀ ਇੱਥੇ ਹੈ ਵੀ ਅਸੀਂ ਗੁਰੂ ਦੇ ਕੋਲੋਂ ਨਹੀਂ ਸਿੱਖਦੇ, ਅਸੀਂ ਸੰਸਾਰ ਦੇ ਕੋਲੋਂ ਸਿੱਖਣਾ ਚਾਹੁੰਦੇ ਹਾਂ। ਜਦੋਂ ਸੰਸਾਰ ਦੇ ਕੋਲੋਂ ਸਿੱਖਾਂਗੇ, ਮੇਰੇ ਵਰਗੇ ਅਧੂਰੇ ਜਦੋਂ ਸਿਖਾਉਣਗੇ ਤੇ ਫਿਰ ਅਧੂਰੇ ਦੀ ਗੱਲ ਅਧੂਰੀ ਹੈ। ਪੂਰੇ ਦੇ ਕੋਲੋਂ ਸਿੱਖਾਂਗੇ ਤੇ ਸਭ ਕਹਿੰਦੇ ਫਿਰ ਪੂਰੇ ਦੇ ਕੋਲੋਂ ਸਿੱਖ ਕਰਕੇ ਪੂਰਾ ਹੋ ਸਕਦਾ ਹੈ। ਜੇ ਅਧੂਰੇ ਦੇ ਕੋਲੋਂ ਸਿੱਖੇਗਾ ਤੇ ਅਧੂਰਾ ਰਹਿ ਜਾਏਗਾ। ਇਸ ਕਰਕੇ ਮੁਬਾਰਕ ਬਾਣੀ ਦੇ ਕੋਲੋਂ ਸਿੱਖੀਏ, ਸਤਿਗੁਰੂ ਨੂੰ ਪੁੱਛੀਏ, ਸਾਹਿਬ ਜੀ
तेरे दर ते आउने आ, करन की आउने आ, सानू ये तां पता लग जाए, किते ये ना होवे मंजिल तां कोई होर सी, रस्ते दे विच मेला आ गया ते मेले 'च ही गवाच गए, सारा वक्त उस मेले 'च खुंझा के ते वापस घर आ गए, मंजिल ते पहुंचे ही नहीं। किते इदां ही साडे नाल ना होवे, संसार मेले 'च ना गवा जाइए ते इत्थे जिद्दां आए सी उदां ही वापस चले जाइए। जो कारज करना सी वो कीता ही ना, ते सब फिर सिखाउणगे। मालिक कहंदे आया है, तेनू पता होना चाहिए है क्यों आया है, ते सह फिर बख्शिश करते ने। गुरु द्वारा होए सोची पाए सी, ਏਤ ਦੁਆਰੈ ਧੋਏ ਹੱਛਾ ਹੋਏ ਸੀ। ਇੱਥੇ ਆਏ ਆ ਚੰਗੇ ਹੋਣ ਵਾਸਤੇ, ਸੋਝੀ ਲੈਣ ਵਾਸਤੇ। ਹੁਣ ਕੋਈ ਆਵੇ ਸੋਝੀ ਲਵੇ ਹੀ ਨਾ। ਕਈ ਵਾਰ ਗੱਲ ਚੰਗੀ ਨਹੀਂ ਲੱਗਦੀ, ਪਰ ਮੈਂ ਅਕਸਰ ਇੱਕ ਉਦਾਹਰਨ ਦਿੰਦਾ ਹੁੰਦਾ, ਤੁਸੀਂ ਸੁਣਿਆ ਹੋਵੇਗਾ। ਇੱਕ ਸੁਰਮਾ ਆਉਂਦਾ ਹੈ ਮਮੀਰਾ, ਉਹ ਜਦੋਂ ਅੱਖ 'ਚ ਪਾਓ ਨਾ ਲੱਗਦਾ ਬਹੁਤ ਹੈ, ਪਰ ਸਾਰਿਆਂ ਦੇ ਨਹੀਂ ਲੱਗਦਾ। ਲੱਗਦਾ ਉਹਦੇ ਹੈ ਜਿਹਦੇ ਅੱਖ 'ਚ ਮਿੱਟੀ ਘਟਾ ਗਿਆ ਹੋਵੇ ਜਾਂ ਜ਼ਖਮ ਹੋਇਆ ਹੋਵੇ, ਰੜਕ ਪੈਂਦੀ ਹੋਵੇ, ਉਹਦੀ ਅੱਖ 'ਚ ਮਮੀਰਾ ਸੁਰਮਾ ਪਾਓ ਨਾ 5-7 ਦਿਨ ਤੇ ਲੱਗਦਾ ਬਹੁਤ ਹੈ, ਫਿਰ ਸਹੀ ਹੋ ਜਾਂਦਾ। ਪਾਣੀ ਬੜਾ ਕੱਢਦਾ ਅੱਖ 'ਚ। ਗੁਰਬਾਣੀ ਦੀ ਵਿਚਾਰ ਜਦੋਂ ਸਪਸ਼ਟ ਤੌਰ ਦੇ ਉੱਤੇ ਕਰਾਂਗੇ ਨਾ, ਜਦੋਂ ਬਿਨਾਂ ਘੁਮਾਏ, ਕਿ ਬਹੁਤੀ ਵਾਰ ਐ ਘੁਮਾ ਕੇ ਗੱਲ ਕੀਤੀ ਜਾਂਦੀ ਹੈ, ਫਿਰ ਔਖੀ ਜੀ ਹੋ ਜਾਂਦੀ, ਸਮਝ ਤਾਂ ਆਉਂਦੀ ਨਹੀਂ ਹੈ, ਪਰ ਚੰਗੀ ਲੱਗਦੀ ਹੈ। ਸਿੱਧੀ ਜੀ ਕਰ ਦਿਓ, ਫਿਰ ਮਮੀਰੇ ਸੁਰਮੇ ਵਾਂਗ ਲੱਗਦੀ ਹੈ। ਕਈ ਵਾਰ ਸਾਡੀ ਮੁਸ਼ਕਲ ਹੈ, ਅਸੀਂ ਗੁਰੂ ਦੇ ਦਰ ਤੇ ਆਉਂਦੇ ਆ, ਪਰ ਗੁਰੂ ਨੂੰ ਬਿਨਾਂ ਪੁੱਛੇ ਕੀ ਕਰਨ ਆਏ ਆ, ਤੇ ਬਿਨਾਂ ਸਿੱਖੇ ਇੱਥੋਂ ਫਿਰ ਵਾਪਸ ਚਲੇ ਜਾਂਦੇ ਆ। ਬਹੁਤੀ ਵਾਰ ਮੱਥਾ ਟੇਕ ਕੇ ਤੇ ਸਭ ਕਹਿੰਦੇ ਫਿਰ ਕੱਲਾ ਮੱਥਾ ਟੇਕਿਆ ਕੰਮ ਨਹੀਂ ਚੱਲਣਾ, ਵੀ ਆ ਕੇ ਮੱਥਾ ਤਾਂ ਟੇਕ ਲਿਆ, ਪਰ ਕੀਤੀ ਫੇਰ ਮਰਜ਼ੀ ਆ। ਸੀਸ ਨਿਵਾਇਆ ਕਿਆ ਥੀਆ, ਜਾਂ ਹਿਰਦਾ ਕੁਸ਼ੁੱਧੇ ਜਾਹੇ। ਮਨ ਦੇ ਅੰਦਰ ਫੇਰ ਮੈਲ ਹੈ, ਮਨ ਦੇ ਅੰਦਰ ਫੇਰ ਦੂਜਿਆਂ ਦੀਆਂ ਗੱਲਾਂ ਨੇ, ਮਨ ਦੇ ਅੰਦਰ ਫਿਰ ਦੂਜਿਆਂ ਦਾ ਹੀ ਧਿਆਨ ਹੈ। ਤੇ ਸਭ ਕਹਿੰਦੇ ਫਿਰ ਸੀਸ ਨਿਵਾਇਆ ਕਿਆ ਥੀਆ, ਫਿਰ ਮੱਥਾ ਟੇਕਿਆ ਕਿ ਸਰਤ ਹੈ। ਜੇ ਮੰਨਿਆ ਹੀ ਨਾ, ਫਿਰ ਆਇਆ ਤੇ ਕਿਸੇ ਅਰਥ ਨਾ ਹੋਇਆ। ਫਿਰ ਕਈ ਵਾਰ ਅਸੀਂ ਕਹਿੰਦੇ ਆ, ਦੇਖੋ ਜੀ ਵਕਤ ਦੇ ਨਾਲ ਆਪਣੇ ਆਪ ਹੋ ਜਾਏਗਾ, ਸਮੇਂ ਦੇ ਨਾਲ ਆਪਣੇ ਆਪ ਗੁਰੂ ਕਿਰਪਾ ਕਰੇਗਾ, ਤੇ ਫਿਰ ਅਸੀਂ ਸਾਰਾ ਕੁਝ ਸਿੱਖ ਲਵਾਂਗੇ। ਗੁਰੂ ਕਿਰਪਾ ਕਰੇਗਾ, ਅਸੀਂ ਅਕਸਰ ਇਹ ਸ਼ਬਦ ਵਰਤਦੇ ਹਾਂ ਵੀ ਗੁਰੂ ਕਿਰਪਾ ਕਰੇਗਾ ਤੇ ਅਸੀਂ ਇਦਾਂ ਕਰਨ ਲੱਗ ਜਾਵਾਂਗੇ। ਗੁਰੂ ਕਿਰਪਾ ਕਰੇਗਾ, ਖੰਡੇ ਬਾਟੇ ਦੀ ਪਾਹੂ ਲੈ ਲਵਾਂਗੇ। ਗੁਰੂ ਕਿਰਪਾ ਕਰੇਗਾ ਤੇ ਨਿਤਨੇਮ ਕਰਨਾ ਸ਼ੁਰੂ ਕਰ ਦੇਵਾਂਗੇ। ਗੁਰੂ ਕਿਰਪਾ ਕਰੇਗਾ ਤੇ ਸਹਿਜ ਪਾਠ ਆਰੰਭ ਕਰ ਦੇਵਾਂਗੇ। ਗੁਰੂ ਤਾਂ ਕਿਰਪਾ ਕਰ ਰਿਹਾ ਹੈ, ਕਿੱਦਣ ਨਹੀਂ ਕਰਦਾ ਗੁਰੂ ਕਿਰਪਾ। ਗੁਰੂ ਨੇ ਤਾਂ ਇੰਨੀ ਕਿਰਪਾ ਕੀਤੀ ਹੈ ਨਾ, ਵੀ ਭਲਿਆ ਤੈਨੂੰ ਸਿਖਾਉਣ ਵਾਸਤੇ ਘਰ ਛੱਡ ਕੇ ਜੰਗਲਾਂ ਬੇਲਿਆਂ ਦੇ ਵਿੱਚ ਜਾ ਕਰਕੇ ਤੇ ਤੈਨੂੰ ਉਪਦੇਸ਼ ਦਿੱਤਾ ਹੈ। ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਜਿਸ ਦਿਨ ਘਰ ਚੋਂ ਨਿਕਲਦੇ ਨੇ, ਉਦਣ ਹਾਲਾਤ ਕਿਵੇਂ ਦੇ ਨੇ? ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਸਾਈ, ਭਾਰੀ ਕਰੀ ਤਪੱਸਿਆ, ਵੱਡਾ ਭਾਗ ਹਰਸਿਓ ਬਣਿਆਈ। ਬੜੀ ਮੁਸ਼ਕਲ ਨੇ, ਹਾਲਾਤ ਬੜੇ ਔਖੇ ਨੇ, ਪਰ ਤੇਰੇ ਉੱਤੇ ਕਿਰਪਾ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਉਹ ਮੁਸ਼ਕਲ ਹਾਲਾਤਾਂ ਨੂੰ ਪਰਵਾਹ ਨਾ ਕੀਤੀ। ਉਹਨਾਂ ਦੀ ਉਹ ਜਿਵੇਂ ਸੀ, ਕੋਈ ਪਰਵਾਹ ਹੀ ਨਹੀਂ ਹੈ, ਪਰ ਤੈਨੂੰ ਸਿਖਾਉਣ ਵਾਸਤੇ ਕਰ ਛੱਡਿਆ। ਗੁਰੂ ਅਰਜਨ ਪਾਤਸ਼ਾਹ ਨੇ ਸੇਧ ਦੇਣ ਵਾਸਤੇ ਤਤੀ ਤਵੀ ਤੇ ਬੈਠਣਾ ਪ੍ਰਵਾਨ ਕਰ ਲਿਆ, ਦੇਗ 'ਚ ਉਬਾਲਾ ਪ੍ਰਵਾਨ ਕਰ ਲਿਆ, ਵੀ ਤੂੰ ਸਿੱਖ ਜਾਵੇਂ। ਇਹਦੇ ਉੱਤੇ ਕਿਰਪਾ ਹੀ ਤਾਂ ਕਰ ਰਹੇ ਸੀ ਸਰ, ਹੋਰ ਕਿਵੇਂ ਕਿਰਪਾ ਹੋਏਗੀ? ਤੇਰੇ ਉੱਤੇ ਕਿਰਪਾ ਕਰਨ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਿਵਾਰ ਛੱਡਿਆ, ਆਨੰਦਪੁਰ ਛੱਡਿਆ, ਸਾਰਾ ਕੁਝ ਤੇ ਤਿਆਗ ਦਿੱਤਾ। ਤੈਨੂੰ ਜਾਚ ਆ ਜਾਏ, ਪਰ ਤੂੰ ਸਿੱਖਿਆ ਨਾ,
ਬਾਣੀ ਦੇ ਕੋਲੋਂ ਸਿੱਖਿਆ ਹੁੰਦਾ ਗੁਰੂ ਕੋਲ ਕਿਵੇਂ ਆਉਣਾ ਹੈ ਤੇ ਸਹਿਬ ਫਿਰ ਸਿਖਾਉਣਗੇ। ਕਬੀਰ ਸਾਹਿਬ ਕਹਿੰਦੇ ਗੁਰੂ ਦੇ ਕੋਲ ਆ ਰਿਹਾ ਹੈ ਤੇ ਤਰੀਕਾ ਹੈ ਗੁਰੂ ਦੇ ਕੋਲ ਆਉਣ ਦਾ। ਕਬੀਰ ਸਾਧੂ ਕੋ ਮਿਲਣਾ ਜਾਈਐ ਸਾਥ ਨਾ ਲੀਜੈ ਕੋਈ। ਜਦੋਂ ਗੁਰੂ ਨੂੰ ਮਿਲਣ ਜਾਵੇ ਨਾ ਫਿਰ ਨਾਲ ਨਾ ਲੈ ਕੇ ਜਾਇਆ ਕਰ ਕਿਸੇ ਨੂੰ। ਹੁਣ ਕਿਸੇ ਨੂੰ ਨਾਲ ਨਾ ਲੈ ਕੇ ਜਾਣ ਦਾ ਭਾਵ ਇਹ ਨਹੀਂ ਹੈ ਵੀ ਕਿਸੇ ਸਤ ਸੰਗੀ ਨੂੰ ਨਾਲ ਨਹੀਂ ਲੈ ਕੇ ਜਾਣਾ, ਕਿਸੇ ਜਗਿਆਸੂ ਨੂੰ ਨਾਲ ਨਹੀਂ ਲੈ ਕੇ ਜਾਣਾ। ਨਾਲ ਨਾ ਲੈ ਕੇ ਜਾਣ ਦੀ ਗੱਲ ਸੀ ਵੀ ਆਪਣੀ ਹਉਮੈ ਨੂੰ ਨਾਲ ਨਾ ਲੈ ਕੇ ਆਵੇ। ਮੈਂ ਕੀ ਆ ਇਹ ਨਾਲ ਲੈ ਕੇ ਆਵੇ। ਜਦੋਂ ਇੱਥੇ ਆਵੇ ਨਾ ਤੇ ਸਭ ਕਹਿੰਦੇ ਫਿਰ ਇੱਥੇ ਆ ਕੇ ਤਾਂ ਇੱਕੋ ਹੀ ਤਰੀਕਾ ਇਹ ਹੋਏ ਨਿਮਾਣੀ ਢਹਿ ਪਵਾ ਤੇ ਨੀਵਾਂ ਹੋ ਕੇ ਆਇਆ ਕਰ, ਢਹਿ ਜਾਇਆ ਕਰ ਗੁਰੂ ਦੇ ਦਰ ਦੇ ਉੱਤੇ ਆ ਕੇ ਤੇ ਕਹਿ ਦਿਆ ਕਰ ਸਾਹਿਬ ਜੀ ਇਸ ਦਰ ਤੋਂ ਬਿਨਾ ਹੋਰ ਗੁਜ਼ਾਰਾ ਹੀ ਕੋਈ ਨਹੀਂ ਹੈ, ਜਾਵਾਂ ਕਿੱਥੇ। ਤੁਧ ਨੂੰ ਛੋੜ ਪ੍ਰਭ ਜਾਈਐ ਕਹਿ ਧਰ ਆਨ ਨਾ ਬੀਆ। ਤੇਰੀ ਸੰਸਰ ਤੇਰੇ ਤੋਂ ਬਿਨਾ ਤੇ ਕੋਈ ਆਸਰਾ ਹੀ ਨਹੀਂ ਹੈ, ਜਾਈਏ ਕਿੱਥੇ। ਹੋਰ ਨਹੀਂ ਕਿਤੇ ਸਿਆਣਪਾਂ ਨਹੀਂ ਲੈ ਕੇ ਆਉਣੀਆਂ, ਚਤਰਾਈਆਂ ਨਹੀਂ। ਆਪਣੀ ਹਉਮੈ, ਆਪਣੀ ਵਡਿਆਈ, ਆਪਣੀ ਅਮੀਰੀ, ਆਪਣੀ ਸੁੰਦਰਤਾ ਸਭ ਕਹਿੰਦੇ ਸਾਰਾ ਕੁਝ ਛੱਡ ਕੇ ਆਇਆ ਕਰ। ਤੂੰ ਹੋਵੇਂਗਾ ਸੰਸਾਰ ਦੇ ਅੰਦਰ ਉੱਚਾ ਅਫਸਰ। ਬਖਸ਼ਿਸ਼ ਹੈ ਤੇਰੇ ਉੱਤੇ ਗੁਰੂ ਦੀ, ਪਰ ਜਦੋਂ ਗੁਰੂ ਦੇ ਦਰ ਦੇ ਉੱਤੇ ਆਵੇਂ ਤਾਂ ਇੱਥੇ ਆ ਕੇ ਢਹਿ ਜਾਇਆ ਕਰ ਵੀ ਸਾਹਿਬ ਜੀ ਤੇਰੇ ਤੋਂ ਬਿਨਾ ਹੋਰ ਗੁਜ਼ਾਰਾ ਨਹੀਂ ਹੈ। ਜੋ ਕੁਝ ਹੈ ਤੇਰੀ ਬਖਸ਼ਿਸ਼ ਦੇ ਨਾਲ ਹੈ, ਫਿਰ ਮਾਣ ਕਿਹੜੀ ਗੱਲ ਦਾ। ਕਬੀਰ ਮੇਰਾ ਮੁਝਮੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ ਹੈ ਹੀ ਤੇਰਾ। ਫਿਰ ਹਉਮੈ ਕਿਸ ਗੱਲ ਦੀ, ਫਿਰ ਤੇਰੇ ਦਰ ਦੇ ਉੱਤੇ ਆ ਕੇ ਹੰਕਾਰ ਕਿਸ ਗੱਲ ਦਾ ਹੈ। ਪਰ ਅਸੀਂ ਇੱਥੇ ਵੀ ਨਹੀਂ ਛੱਡਦੇ। ਇੱਥੇ ਆ ਕੇ ਵੀ ਆਪਣਾ ਰੌਬ ਆਪਣੇ ਦਫ਼ਤਰ ਵਾਂਗ ਰੱਖਣਾ ਚਾਹੁੰਦੇ ਆ ਵੀ ਇੱਥੇ ਵੀ ਸਾਡਾ ਰੌਬ ਹੁੰਦਾ ਹੀ ਹੋਵੇ। ਇੱਥੇ ਆ ਕੇ ਵੀ ਨੀਵੇਂ ਨਹੀਂ ਹੋਣਾ ਚਾਹੀਦਾ। ਤੇ ਸਭ ਕਹਿੰਦੇ ਫਿਰ ਜਿਹੜਾ ਇੱਥੇ ਨੀਵਾਂ ਹੋਏਗਾ ਬਖਸ਼ਿਸ਼ਾਂ ਉਹਨੂੰ ਮਿਲਣਗੀਆਂ। ਜਿਹੜਾ ਹਉਮੈ ਲੈ ਕੇ ਆਏਗਾ ਉਹਦੇ ਕੋਲ ਕੁਝ ਵੀ ਨਹੀਂ, ਕੁਝ ਵੀ ਪ੍ਰਾਪਤ ਨਹੀਂ ਹੋਣਾ। ਉਹਦਾ ਤੇ ਤਰੀਕਾ ਹੀ ਇੱਥੇ ਆਉਣ ਦਾ ਹੈ। ਕਬੀਰ ਸਾਧੂ ਕੋ ਮਿਲਣਾ ਜਾਈਐ ਸਾਥ ਨਾ ਲੀਜੈ ਕੋਈ। ਪਾਛੈ ਪਾਉ ਨਾ ਦੀਜੀਐ ਆਗੈ ਹੋਏ ਸੋ ਹੋਏ। ਜੋ ਗੁਰੂ ਨੇ ਕਹਿ ਦਿੱਤਾ ਹੈ ਬਸ ਉਹੀ ਸੱਤ ਹੈ ਤੇ ਉਸੇ ਹੀ ਮਾਰਗ ਦੇ ਉੱਤੇ ਤੁਰਨਾ ਹੈ। ਹੁਣ ਪਿਛਾਂਹ ਨਹੀਂ ਜਾਣਾ। ਹਾਲਾਤ ਕਿਵੇਂ ਦੇ ਵੀ ਹੋ ਜਾਣ, ਮੁਸ਼ਕਿਲਾਂ ਕਿੰਨੀਆਂ ਆ ਜਾਣ। ਸਾਹਿਬ ਕਹਿੰਦੇ ਇੱਥੇ ਤਾਂ ਮੁਸ਼ਕਿਲਾਂ ਦੀ ਸ਼ੁਰੂਆਤ ਉਦਣ ਹੋ ਜਾਏਗੀ ਜਿੱਦਣ ਤੂੰ ਇਸ ਦਰ ਤੇ ਆਏਗਾ ਨਾ। ਇਸ ਦਰ ਦੇ ਉੱਤੇ ਆਉਣ ਦੀ ਸ਼ਰਤ ਹੀ ਪਹਿਲੀ ਇਹ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਉਹ ਸਭਨਾ ਕੀ ਰੇਣੂਕਾ। ਨੀਵਾਂ ਹੋ ਕੇ ਸਾਰਿਆਂ ਦੀ ਚਰਨ ਧੂੜ ਬਣ ਕੇ ਆਇਆ ਕਰ, ਫਿਰ ਬਖਸ਼ਿਸ਼ ਹੈ। ਉਹ ਸਭਨਾ ਕੀ ਰੇਣੂਕਾ ਤਾਂ ਆਓ ਹਮਾਰਾ ਪਾਸ। ਫਿਰ ਸਭ ਕਹਿੰਦੇ ਮੇਰੇ ਕੋਲ ਆਇਆ ਜਾ ਸਕਦਾ ਹੈ ਜੇ ਨੀਵਾਂ ਹੋ ਕੇ ਆਵੇ। ਇਸੇ ਦੀ ਤੇ ਗੱਲ ਸਾਹਿਬ ਨੇ ਕੀਤੀ ਸੀ ਨਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਇਹੀ ਤਰੀਕਾ ਸੀ, ਪਹਿਲਾ ਪੰਗਤ ਪਾਤਸ਼ਾਹ ਸੰਗਤ। ਵੀ ਤੈਨੂੰ ਹੰਕਾਰ ਜਿਹੜਾ ਹੈ ਨਾ ਵੀ ਮੈਂ ਉੱਚਾ, ਫਿਰ ਤੂੰ ਬਰਾਬਰ ਬੈਠ ਕੇ ਆ, ਨੀਵਿਆਂ ਦੇ ਨਾਲ ਬੈਠ ਕੇ। ਜਿਨ੍ਹਾਂ ਨੂੰ ਤੂੰ ਨੀਵਾਂ ਕਹਿੰਦਾ ਉਹਨਾਂ ਦੇ ਬਰਾਬਰ ਬੈਠ ਕੇ ਆ, ਬੈਠ ਕੇ ਭੋਜਨ ਛਕ ਕੇ ਆ, ਤੇਰੀ ਸੁਰਤ ਟਿਕਾਣੇ ਆ ਜਾਏਗੀ। ਫਿਰ ਤੂੰ ਸ਼ਬਦ ਨੂੰ ਸਮਝ ਸਕਦਾ ਹੈ। ਪਰ ਸਾਡੀ ਮੁਸ਼ਕਿਲ ਅੱਜ ਕੀ ਹੈ ਕਿਤੇ ਇਦਾਂ ਦੀ ਭਾਵਨਾ ਸਾਡੀ। ਜਿਸ ਗੁਰੂ ਨਾਨਕ ਪਾਤਸ਼ਾਹ ਨੇ ਇਹ ਸਿਧਾਂਤ ਦਿੱਤਾ ਸੀ, ਜਿਸ ਪੰਜਾਬ ਦੀ ਧਰਤੀ ਦੇ ਉੱਤੇ ਸਿਧਾਂਤ ਦਿੱਤਾ ਸੀ, ਮਾਫ ਕਰ ਦੇਣਾ ਅੱਜ ਇੱਥੇ ਇਦਾਂ ਦੀ ਭਾਵਨਾ ਹੈ ਸਾਡੀ? ਹੈ ਕਿਤੇ ਇਦਾਂ ਦਾ ਵੀ ਇੱਕ ਥਾਂ ਤੇ ਬੈਠਣ ਵਾਲੀ ਗੱਲ। ਹਾਂ, ਇਹ ਸਾਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਲੰਗਰ ਦੀ ਬਖਸ਼ਿਸ਼ ਕੀਤੀ ਹੈ ਸਾਡੇ ਉੱਤੇ, ਲੰਗਰ ਦੀ ਪ੍ਰਥਾ ਚਲਾਈ ਹੈ। ਪਰ ਉਸ ਲੰਗਰ ਦੀ ਪ੍ਰਥਾ ਦੇ ਪਿੱਛੇ ਜੋ ਸਿਧਾਂਤ ਸੀ ਉਹ ਸਾਨੂੰ ਚੇਤਾ ਹੈ। ਅੱਜ ਅਸੀਂ ਬੈਠਦੇ ਹਾਂ, ਚੱਲਦਾ ਨਹੀਂ ਹੈ ਵੀ ਇੱਥੇ ਇਸ ਜ਼ਾਤ ਵਾਲੇ ਨਹੀਂ ਬੈਠ ਸਕਦੇ। ਚੱਲਦਾ ਹੈ ਨਾ। ਜ਼ਿੰਮੇਵਾਰ ਕੌਣ ਹੈ? ਫਿਰ ਅਸੀਂ ਆਪ ਜ਼ਿੰਮੇਵਾਰ, ਕੋਈ ਹੋਰ ਨਹੀਂ ਹੈ। ਸਭ ਕਹਿੰਦੇ ਕਿਸੇ ਨੂੰ ਦੋਸ਼ ਨਾ ਦਿਆ ਕਰ। ਸਾਡੀ ਮੁਸ਼ਕਲ ਹੈ, ਅਸੀਂ ਸੰਸਥਾਵਾਂ ਨੂੰ ਦੋਸ਼ ਦੇਣ ਲੱਗ ਜਾਂਦੇ ਉਸੇ ਵੇਲੇ, ਫਲਾਣਾ ਮਾੜਾ ਹੈ ਜੀ,
ਉਹ ਜਿਹੜਾ ਸਿਸਟਮ ਹੈ ਉਹਨਾਂ ਦਾ ਮਾੜਾ ਹੈ, ਸਿਸਟਮ ਸਾਡਾ ਵੀ ਮਾੜਾ ਹੈ। ਕਿਉਂਕਿ ਗੁਰੂ ਨੇ ਤੇ ਸਾਨੂੰ ਸਿਖਾਇਆ ਸੀ ਨਾ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ ਨਾਨਕ, ਤਿਨ ਕੈ ਸੰਗ ਸਾਥ ਵੱਡਿਆ ਸਿਉ, ਕਿਆ ਰੀਸ ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼। ਅਸੀਂ ਕੀ ਕਰ ਦਿੱਤਾ, ਜਿੱਥੇ ਗੱਲ ਸੀ ਸਾਂਝੀਵਾਲਤਾ ਦੀ, ਜਿੱਥੇ ਗੱਲ ਸੀ ਸਭੇ ਸਾਂਝੀਵਾਲ ਸਦਾਇਨ ਤੂੰ ਕਿਸੈ ਨਾ ਦਿਸੈ ਬਾਹਰਾ ਜੀਓ, ਜਿੱਥੇ ਕਦੇ ਕਿਹਾ ਜਾਂਦਾ ਸੀ ਕਿ ਜਿੱਥੇ ਸੰਗਤ ਦੇ ਵਿੱਚ ਆ ਕੇ ਜਿਸ ਦਿਨ ਬੈਠ ਜਾਏਗਾ ਸਭ ਬਰਾਬਰ ਹੋ ਜਾਣਗੇ, ਅੱਜ ਉੱਥੇ ਹੀ ਉਸੇ ਮੈਂ ਅਕਸਰ ਸੋਚਦਾ ਹੁੰਦਾ ਕਿ ਜਿੱਥੇ ਜ਼ਾਤ ਦੇ ਆਧਾਰ ਦੇ ਉੱਤੇ ਗੁਰਦੁਆਰਾ ਸਾਹਿਬ ਬਣਾ ਦਿੱਤਾ, ਬਣੇ ਹੋਏ ਨੇ ਨਾ ਪਿੰਡਾਂ 4-4 ਗੁਰੂ ਘਰ ਜ਼ਾਤ ਦੇ ਆਧਾਰ ਦੇ ਉੱਤੇ, ਔਰ ਇਸ ਤੋਂ ਵੀ ਗਾਂਹ ਲੰਘ ਗਿਆ ਹੁਣ ਤੱਕ। ਪਹਿਲਾਂ ਤੇ ਇਦਾਂ ਹੀ ਚੱਲਦਾ ਸੀ ਨਾ ਵੀ ਇਹ ਰਾਮਗੜੀਆਂ ਦਾ ਗੁਰਦੁਆਰਾ ਹੈ, ਆ ਜੱਟਾਂ ਦਾ ਗੁਰਦੁਆਰਾ ਹੈ, ਮਜ਼੍ਹਬੀ ਸਿੱਖਾਂ ਦਾ ਗੁਰਦੁਆਰਾ ਹੈ, ਆ ਦੂਜਿਆਂ ਦਾ, ਆ ਤੀਜਿਆਂ ਦਾ। ਹੁਣ ਇਸ ਤੋਂ ਵੀ ਗਾਂਹ ਲੰਘਣ ਲੱਗ ਗਿਆ। ਹੁਣ ਗੁਰਦੁਆਰਾ ਸਾਹਿਬ ਬਣ ਲੱਗੇ, ਆ ਸੰਧੂਆਂ ਦਾ ਗੁਰਦੁਆਰਾ ਹੈ, ਆ ਗਿੱਲਾਂ ਦਾ ਗੁਰਦੁਆਰਾ ਹੈ, ਹੁਣ ਇਦਾਂ ਵੀ ਬਣ ਲੱਗ ਗਿਆ। ਫਿਰ ਉਸ ਥਾਂ ਦੇ ਉੱਤੇ ਇਹ ਸ਼ਬਦ ਕਿੱਦਾਂ ਪੜ੍ਹਿਆ ਜਾ ਸਕਦਾ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਉੱਥੇ ਸਫਾ ਵਿਛਾਉਣ ਦੀ, ਇਕੱਠੇ ਹੋ ਕੇ ਬੈਠਣ ਦੀ ਗੱਲ ਕਿਵੇਂ ਹੋ ਸਕਦੀ ਹੈ? ਉੱਥੇ ਬਚਨ ਕਿਵੇਂ ਪੜੋਗੇ, ਫੱਕੜ ਜ਼ਾਤੀ ਫੱਕੜ ਨਾਓ, ਸਭਨਾ ਜੀਆਂ ਇੱਕਾ ਛਾਓ। ਉੱਥੇ ਕਿਵੇਂ ਪੜੋਗੇ, ਜ਼ਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ, ਇਸ ਗਰਭ ਤੇ ਚਲਾ ਬਹੁਤ ਵਿਕਾਰਾ। ਇਸ ਹੰਕਾਰ ਤੋਂ ਬੜੇ ਵਿਕਾਰ ਪੈਦਾ ਹੋ ਜਾਂਦੇ ਨੇ। ਉੱਥੇ ਸ਼ਬਦ ਕਿੱਦਾਂ ਪੜ੍ਹੇ ਜਾਂਦੇ ਹੋਣਗੇ, ਕਿਵੇਂ ਉੱਥੇ ਇਹ ਸ਼ਬਦ ਗਾਇਆ ਜਾ ਸਕਦਾ ਹੈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਉੱਥੇ ਕਿੱਦਾਂ ਫਿਰ ਇਹ ਸ਼ਬਦ ਪੜ੍ਹਿਆ ਜਾ ਸਕਦਾ? ਜਿਹੜੇ ਕਹਿੰਦੇ ਨੇ ਇਹ ਉੱਚੀ ਜ਼ਾਤ ਦਾ ਗੁਰਦੁਆਰਾ ਹੈ, ਉੱਥੇ ਫਿਰ ਭਗਤ ਰਵਿਦਾਸ ਸਾਹਿਬ ਦੀ ਬਾਣੀ ਕਿੱਦਾਂ ਪੜ੍ਹੀ ਜਾ ਸਕਦੀ ਆ? ਕਿੱਦਾਂ ਪੜ੍ਹਦੇ ਹੋਣਗੇ? ਤੇ ਜਿਹੜੇ ਕਹਿੰਦੇ ਨੇ ਇਹ ਨੀਵਿਆਂ ਦਾ ਸਾਡਾ, ਅਸੀਂ ਨੀਵੇਂ ਆ, ਅਸੀਂ ਤਾਂ ਵੱਖਰਾ ਗੁਰੂ ਘਰ ਬਣਾ ਲਿਆ, ਉੱਥੇ ਫਿਰ ਭਗਤ ਧੰਨਾ ਜੀ ਦੀ ਬਾਣੀ ਕਿਵੇਂ ਪੜ੍ਹੀ ਜਾਂਦੀ ਹੋਏਗੀ? ਸੋਚਣ ਵਾਲੇ ਵਿਸ਼ੇ ਨੇ। ਸਾਹਿਬ ਦੀ ਮੁਬਾਰਕ ਬਾਣੀ ਨੇ ਅੱਜ ਦੇ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਪਿਆਰ ਬਣ ਗਿਆ, ਉਹਨਾਂ ਦੇ ਅੰਦਰ ਖੇੜਾ ਆ ਜਾਂਦਾ ਹੈ, ਉਹਨਾਂ ਦਾ ਅੰਦਰ ਖਿੜ ਜਾਂਦਾ ਹੈ। ਸਾਡੇ ਅੰਦਰ ਤਾਂ ਸੜੇ ਹੋਏ ਨੇ ਸੱਚੇ, ਉਹ ਕਾਮ ਦੇ ਕਰਕੇ, ਉਹ ਕ੍ਰੋਧ ਦੇ ਕਰਕੇ, ਉਹ ਹਉਮੈ ਦੇ ਕਰਕੇ, ਉਹ ਸਾਡੀ ਲਾਲਸਾ ਦੇ ਕਰਕੇ, ਲੋਭ ਦੇ ਕਰਕੇ, ਉਹ ਸਾਡੀ ਜ਼ਾਤ ਦੇ ਹੰਕਾਰ ਦੇ ਕਰਕੇ ਸੜੇ ਹੋਏ ਨੇ। ਫਿਰ ਖਿੜਨਗੇ ਕਿਹਨਾਂ ਦੇ? ਮਾਲਕ ਕਹਿੰਦੇ ਸਿਰਫ ਉਹਨਾਂ ਦੇ ਖਿੜਨਗੇ ਜਿਨ੍ਹਾਂ ਨੇ ਬਾਣੀ ਦਾ ਰਸ ਮਾਣ ਲਿਆ। ਸਾਵਣ ਸਰਸੀ ਕਾਮਣੀ, ਸਰਸੀ ਦਾ ਭਾਵ ਰਸ ਸਮੇਤ, ਰਸ ਦੇ ਰਾਹੀਂ ਜਿਨ੍ਹਾਂ ਨੇ ਨਾਮ ਦਾ ਰਸ ਮਾਣਿਆ ਹੈ, ਉਹਨਾਂ ਦੇ ਹਿਰਦਿਆਂ ਦੇ ਅੰਦਰ ਪਿਆਰ ਬਣ ਗਿਆ। ਜਿਨ੍ਹਾਂ ਦਾ ਪਿਆਰ ਗੁਰੂ ਦੇ ਚਰਨਾਂ ਦੇ ਨਾਲ। ਤੇ ਅੱਜ ਦਾ ਦਿਨ ਬੜਾ ਮਹਾਨ ਹੈ ਸੱਚਮੁੱਚ। ਉਹ ਤੰਤਾ ਦੇ ਯੋਗ ਨੇ ਜਿਨ੍ਹਾਂ ਨੇ ਇਸ ਮੁਬਾਰਕ ਬਾਣੀ ਨੂੰ ਪੜ੍ਹਿਆ ਤੇ ਪੜ੍ਹ ਕੇ ਕਮਾਇਆ ਹੈ। ਸ਼ਹਾਦਤ ਪੁਰਬ ਹੈ ਭਾਈ ਤਾਰੂ ਸਿੰਘ ਜੀ ਦਾ। ਅਸੀਂ ਪੜ੍ਹਿਆ ਬਹੁਤ ਹੈ, ਇਤਿਹਾਸ ਸਾਨੂੰ ਸਭ ਨੂੰ ਯਾਦ ਹੈ। ਸਾਨੂੰ ਨਹੀਂ ਚੇਤਾ ਕਿ ਸ਼ਹਾਦਤ ਕਿਵੇਂ ਹੋਈ ਸੀ, ਸਾਨੂੰ ਚੇਤਾ ਹੈ, ਸਾਨੂੰ ਯਾਦ ਹੈ ਵੀ ਕਿਵੇਂ ਇਹ ਸ਼ਹਾਦਤ ਹੁੰਦੀ ਹੈ। 1720 ਦੇ ਵਿੱਚ ਭਾਈ ਤਾਰੂ ਸਿੰਘ ਜੀ ਦਾ ਜਨਮ ਹੁੰਦਾ ਹੈ। ਸ਼ਹੀਦ ਭਾਈ ਜੋਧ ਸਿੰਘ ਜੀ ਦੇ ਘਰ ਮਾਤਾ ਧਰਮ ਕੌਰ ਜੀ ਦੀ ਕੁੱਖ ਤੋਂ। ਬਚਪਨ ਦੇ ਵਿੱਚ ਪਿਤਾ ਜੀ ਦੀ ਸ਼ਹਾਦਤ ਹੋ ਜਾਂਦੀ ਹੈ। ਮਾਤਾ ਨੇ ਪਾਲਿਆ ਹੈ, ਵੱਡੀ ਬੇਟੀ ਹੈ ਬੀਬੀ ਤਾਰ ਕੌਰ, ਤੇ ਨਾਲ ਉਹਨਾਂ ਤੋਂ ਛੋਟੇ ਨੇ ਭਾਈ ਤਾਰੂ ਸਿੰਘ। ਹੁਣ ਇਹ ਪਰਿਵਾਰ, ਮੈਂ ਇੱਕ ਜ਼ਿਕਰ ਕਰ ਦੇਵਾਂ, ਉਸ ਵਕਤ ਜਿਹੜੇ ਸਾਡੇ ਹਾਲਾਤ ਸਨ, ਉਹਨਾਂ ਹਾਲਾਤਾਂ ਨੂੰ ਅਸੀਂ ਜਦੋਂ ਯਾਦ ਕਰਦੇ ਹਾਂ, ਇਤਿਹਾਸ ਦੇ ਵਿੱਚ ਵੰਡ ਕਰਦੇ ਹਾਂ, ਤੇ ਇਸ ਵਕਤ ਨੂੰ ਅਸੀਂ ਪ੍ਰੀਖਿਆ ਯੁੱਗ ਕਹਿੰਦੇ ਹਾਂ।
ਇਹ ਸਾਡਾ ਉਹ ਇਮਤਿਹਾਨ ਦਾ ਵਕਤ ਸੀ ਜਿੱਦਣ ਅਸੀਂ ਬੜੀਆਂ ਮੁਸ਼ਕਲ ਹਾਲਾਤਾਂ ਦੇ ਵਿੱਚ ਰਹੇ ਹਾਂ। ਤੇ ਇਹਨਾਂ ਮੁਸ਼ਕਲ ਹਾਲਾਤਾਂ ਚੋਂ ਇਹ ਵਕਤ ਸੀ ਜਦੋਂ ਉਸ ਵਕਤ ਦੇ ਵਿੱਚ ਦੋ ਪ੍ਰਕਾਰ ਦੇ ਸਿੱਖ ਸਨ, ਇੱਕ ਮਿਲਵਰਤਨੀਏ ਸਿੱਖ, ਇੱਕ ਨਾ ਮਿਲਵਰਤਨੀਏ ਸਿੱਖ। ਮਿਲਵਰਤਨੀਏ ਸਿੱਖ ਉਹ ਸਨ ਜਿਹੜੇ ਸਿੱਖੀ ਦੇ ਵਿੱਚ ਪਰਪੱਕ ਨੇ, ਗੁਰਬਾਣੀ ਪੜ੍ਹਦੇ ਨੇ, ਪਰ ਸਰਕਾਰ ਨੂੰ ਟੈਕਸ ਵੀ ਦਿੰਦੇ ਨੇ ਜਿੰਨਾ ਬਣਦਾ, ਜਿਹੜਾ ਕਾਰੋਬਾਰ ਕਰਦੇ ਨੇ, ਕੰਮਕਾਰ ਕਰਦੇ ਨੇ, ਬਣਦਾ ਹੋਇਆ ਟੈਕਸ ਵੀ ਸਰਕਾਰ ਨੂੰ ਦਿੰਦੇ। ਨਾ ਮਿਲਵਰਤਨੀਏ ਸਿੱਖ ਉਹ ਨੇ ਜਿਹੜੇ ਸਿੱਧਾ ਹਕੂਮਤ ਦੇ ਨਾਲ ਟਾਕਰਾ ਕਰਦੇ ਨੇ, ਬਾਗੀ ਕਹਿੰਦੇ ਨੇ ਜਿਨ੍ਹਾਂ ਨੂੰ, ਉਹ ਜੰਗਲਾਂ ਦੇ ਵਿੱਚ ਰਹਿੰਦੇ। ਮਿਲਵਰਤਨੀਏ ਸਿੱਖ ਪਿੰਡਾਂ ਦੇ ਸ਼ਹਿਰਾਂ 'ਚ ਰਹਿ ਕੇ ਕੰਮਕਾਰ ਕਰਦੇ। ਹੁਣ ਉਸ ਵਕਤ ਭਾਈ ਤਾਰੂ ਸਿੰਘ ਜੀ ਵੀ ਪਿੰਡ ਪੂਲੇ ਦੇ ਵਿੱਚ, ਉਸ ਵਕਤ ਜ਼ਿਲ੍ਹਾ ਲਾਹੌਰ ਸੀ, ਕਸੂਰ ਦਾ ਇਲਾਕਾ ਹੈ, ਉੱਥੇ ਰਹਿੰਦਿਆਂ ਹੋਇਆ ਖੇਤੀਬਾੜੀ ਕਰਦੇ। ਜਿੱਥੇ ਉਹ ਆਪਣੀ ਖੇਤੀ ਨੂੰ ਸੰਭਾਲਦੇ ਨੇ, ਉੱਥੇ ਹੀ ਨਾ ਮਿਲਵਰਤਨੀਏ ਸਿੱਖਾਂ ਦੀ ਖੇਤੀ ਨੂੰ ਵੀ ਸੰਭਾਲਦੇ। ਬੜੀ ਮਿਹਨਤ ਦੇ ਨਾਲ, ਬੜੀ ਜ਼ਿੰਮੇਵਾਰੀ ਦੇ ਨਾਲ ਸਾਰੇ ਕਾਰਜ ਕਰਦੇ ਨੇ। ਰੱਬੀ ਬਾਣੀ ਦੇ ਨਾਲ ਪ੍ਰੇਮ ਹੈ। ਮਾਤਾ ਆਪ ਬਾਣੀ ਪੜ੍ਹਦੀ ਹੈ ਤੇ ਅਕਸਰ ਇਹ ਗੱਲ ਦੁਹਰਾਉਂਦੀ ਹੈ ਵੀ ਪੁੱਤ ਵੇ, ਖਿਆਲ ਕਰੀ ਮੇਰੀ ਜ਼ਿੰਮੇਵਾਰੀ ਉਹ ਲੱਗੀ ਹੈ ਜਿਹੜੀ ਕਦੇ ਮਾਤਾ ਗੁਜਰ ਕੌਰ ਦੀ ਲੱਗੀ ਸੀ। ਜਿੱਦਣ ਪੁੱਤਰ ਦੀ ਉਮਰ ਉਹਨਾਂ ਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਉਮਰ ਬੜੀ ਛੋਟੀ ਸੀ ਨਾ, ਉਹਨਾਂ ਦੇ ਪਿਤਾ ਦੀ ਸ਼ਹਾਦਤ ਹੋ ਗਈ ਤੇ ਮਾਤਾ ਗੁਜਰ ਕੌਰ ਦੀ ਇਹ ਜ਼ਿੰਮੇਵਾਰੀ ਲੱਗੀ ਸੀ ਉਸ ਪੁੱਤਰ ਨੂੰ ਪਾਲਣ ਦੀ। ਤੇ ਪੁੱਤ ਵੇ, ਅੱਜ ਮੇਰੀ ਵੀ ਉਹਨਾਂ ਦੀ ਜ਼ਿੰਮੇਵਾਰੀ ਲੱਗੀ ਹੈ, ਤੇਰੇ ਸਿਰ ਤੇ ਵੀ ਬਾਪ ਦਾ ਸਾਇਆ ਨਹੀਂ। ਮੈਂ ਚਾਹੁੰਦੀ ਆ ਜਿਹੜੇ ਗੁਣ ਕਲਗੀਧਰ ਪਾਤਸ਼ਾਹ ਦੇ ਅੰਦਰ ਸਨ, ਉਹ ਗੁਣ ਤੇਰੇ ਅੰਦਰ ਵੀ ਆ। ਮੈਂ ਚਾਹੁੰਦੀ ਆ ਜਿਹੜੇ ਰਸਤੇ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਤੋਰਿਆ, ਤੂੰ ਵੀ ਤੁਰੇ, ਤੇਰੀ ਸਿੱਖੀ ਵੀ ਨਿਭ ਜਾਏ। ਸਦੀਵੀ ਅਰਦਾਸ ਹੀ ਸਾਡੀ ਅਰਦਾਸ ਤੇ ਮਾਤਾ ਧਰਮ ਕੌਰ ਦੀ ਅਰਦਾਸ 'ਚ ਬੜਾ ਅੰਤਰ ਹੈ। ਉੱਥੇ ਮੰਗ ਤੇ ਸਾਡੀ ਮੰਗ 'ਚ ਬੜਾ ਅੰਤਰ ਹੈ। ਤੇ ਜਦੋਂ ਸਾਡੀ ਮੰਗ 'ਚ ਹੀ ਅੰਤਰ ਹੈ ਤੇ ਫਿਰ ਨਤੀਜੇ ਵੀ ਵੱਖਰੇ ਹੀ। ਸਾਡੀ ਮੰਗ ਵੱਖਰੀ ਹੈ, ਇਸ ਕਰਕੇ ਸਾਡੇ ਨਤੀਜੇ ਵੀ ਵੱਖਰੇ ਨੇ। ਮਾਤਾ ਧਰਮ ਕੌਰ ਦੀ ਮੰਗ ਵੱਖਰੀ ਸੀ, ਇਸ ਕਰਕੇ ਉਹਦਾ ਨਤੀਜਾ ਵੀ ਵੱਖਰਾ ਨਿਕਲਿਆ। ਜਿਸ ਦਿਨ ਇਹ ਅਰਦਾਸ ਕਰਦੀ ਹੈ ਤੇ ਭਾਈ ਤਾਰੂ ਸਿੰਘ ਇੱਕ ਗੱਲ ਕਹਿੰਦਾ ਹੈ, ਮਾਤਾ ਤੂੰ ਚਿੰਤਾ ਨਾ ਕਰ, ਜਿਹੜੇ ਪਿਆਰ ਦੇ ਨਾਲ ਤੂੰ ਮੈਨੂੰ ਪਾਲਿਆ ਹੈ ਨਾ, ਜਿਹੜਾ ਇਤਿਹਾਸ ਤੂੰ ਮੈਨੂੰ ਸੁਣਾਇਆ ਹੈ ਨਾ, ਉਹ ਸੱਚਮੁੱਚ ਮੇਰੀਆਂ ਰਗਾਂ ਦੇ ਵਿੱਚ। ਮੇਰਾ ਬਾਪ ਸ਼ਹੀਦ ਹੈ, ਮੇਰਾ ਪਰਿਵਾਰ ਸਾਰੇ ਦਾ ਸਾਰਾ ਗੁਰੂ ਨਾਨਕ ਦੇ ਘਰ ਦੇ ਨਾਲ ਜੁੜਿਆ ਹੈ। ਤੇ ਚੇਤਾ ਰੱਖੀ, ਕਦੇ ਇਦਾਂ ਦਾ ਵਕਤ ਨਹੀਂ ਆਏਗਾ, ਨਾ ਤਾਂ ਬਾਪ ਦੀ ਸ਼ਹਾਦਤ ਨੂੰ ਕਦੇ ਕਲੰਕ ਲੱਗੇਗਾ ਮੇਰੇ ਕਰਕੇ, ਨਾ ਤੇਰੀ ਪਰਵਰਿਸ਼ ਨੂੰ ਕਲੰਕ ਲੱਗੇਗਾ। ਬਾਣੀ ਪੜ੍ਹਦੇ ਨੇ, ਆਪ ਕੀਰਤਨ ਕਰਦੇ। ਮਾਤਾ ਧਰਮ ਕੌਰ ਆਪ ਕੀਰਤਨ ਕਰਦੀ ਹੈ, ਭਾਈ ਤਾਰੂ ਸਿੰਘ ਜੀ ਵੀ ਕੀਰਤਨ ਕਰਦੇ ਨੇ, ਖੇਤੀ ਵੀ ਕਰਦੇ ਨੇ, ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ। ਔਰ ਇਲਾਕੇ ਦੇ ਵਿੱਚ ਕੋਈ ਐਸਾ ਨਹੀਂ ਹੈ ਜਿਹੜਾ ਭਾਈ ਤਾਰੂ ਸਿੰਘ ਜੀ ਨੂੰ ਜਾਣਦਾ ਨਾ ਹੋਵੇ। ਜਿਹਨੂੰ ਮੁਸ਼ਕਲ ਬਣਦੀ ਹੈ ਉਹ ਭਾਈ ਤਾਰੂ ਸਿੰਘ ਜੀ ਦੇ ਕੋਲ ਆ ਜਾਂਦਾ। ਸੰਸਾਰਕ ਲੋੜਾਂ ਪੂਰੀਆਂ ਹੁੰਦੀਆਂ ਨੇ, ਸੰਗਤ ਉੱਥੇ ਬਾਣੀ ਜਾਂਦੀ ਹੈ, ਜਿੱਦਾਂ ਦੀ ਜਿਹਨੂੰ ਲੋੜ ਹੈ ਉਦਾਂ ਦੀ ਲੋੜ ਪੂਰੀ ਹੁੰਦੀ ਤੇ ਨਾਲ ਨਾਲ ਸਾਰੀ ਜ਼ਿੰਮੇਵਾਰੀ ਨਿਭਾਉਂਦਿਆਂ ਜਿਹੜਾ ਟੈਕਸ ਦੇਣ ਤੋਂ ਬਾਅਦ ਬਚਦਾ ਹੈ ਉਹਦੇ ਵਿੱਚੋਂ ਬਹੁਤ ਥੋੜਾ ਆਪਣੇ ਲਈ ਰੱਖਦੇ ਨੇ ਤੇ ਬਹੁਤਾ ਹਿੱਸਾ ਜਿਹੜਾ ਹੈ ਉਹ ਸਿੰਘਾਂ ਨੂੰ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਤੱਕ ਪਹੁੰਚਾ ਦਿੰਦੇ ਨੇ। ਤੇ ਘਰ ਜਿਹੜਾ ਰੱਖਿਆ ਹੈ ਉਹਦੇ ਵਿੱਚੋਂ ਵੀ ਪਤਾ ਲੱਗਣਾ ਵੀ ਨੇੜੇ ਸਿੰਘ ਆਏ ਨੇ, ਉਹਦੇ ਵਿੱਚੋਂ ਵੀ ਪ੍ਰਸ਼ਾਦੇ ਤਿਆਰ ਕਰਕੇ, ਲੰਗਰ ਤਿਆਰ ਕਰਕੇ ਤੇ ਜੰਗਲ ਦੇ ਵਿੱਚ ਦੇ ਆਉਣਾ। ਪਤਾ ਲੱਗ ਜਾਣਾ ਵੀ ਇੱਥੇ ਨੇੜੇ ਸਿੰਘ ਆਏ ਨੇ, ਉੱਥੇ ਤੱਕ ਲੰਗਰ ਪ੍ਰਸ਼ਾਦਾ ਪਹੁੰਚਾਉਣ ਦੀ ਸੇਵਾ ਵੀ ਕਰਦੇ ਰਹਿਣਾ। ਇੱਕ ਵਕਤ ਐਸਾ ਆਇਆ, ਜ਼ਕਰੀਆ ਖਾਨ ਉਸ ਵਕਤ ਨਵਾਬ ਹੈ ਤੇ ਉਸੇ ਵਕਤ ਦੇ ਵਿੱਚ ਉਹਨੂੰ ਸ਼ਿਕਾਇਤਾਂ ਵੀ ਬੜੀਆਂ ਮਿਲਦੀਆਂ ਤੇ ਮਿਲਵਰਤਨੀਏ ਸਿੱਖ ਜਿਹੜੇ ਨੇ ਇਹ ਕਿਤੇ ਨਾ ਕਿਤੇ ਨੁਕਸਾਨ ਕਰਦੇ, ਕਿਤੇ ਨਾ ਕਿਤੇ ਬਾਕੀਆਂ ਦੀ ਮਦਦ ਕਰਦੇ ਨੇ, ਸਿੱਧੇ ਤੌਰ ਤੇ ਨਾ ਤੇ ਅਸਿੱਧੇ ਤੌਰ ਤੇ ਤਾਂ ਜ਼ਰੂਰ ਕਰਦੇ ਨੇ, ਹਕੂਮਤ ਦੇ ਖਿਲਾਫ ਚੱਲਦੇ।
एक शिकायत उन्होंने मिलती है उस वक्त जिस वक्त भाई तारू सिंह जी अपने घर दे विच ने, शाम का वक्त है, मूँह हनेरा जिहा होया है, एक बजुर्ग आके दरवाजा खड़काउंदा है, बड़ा थकिया टुटिया। भाई तारू सिंह जी ने दरवाजा खोलिया। जिस वक्त दरवाजा खोलिया तो बजुर्ग नूं देखिया, कहन लगे आओ बजुर्गो लंघ आओ, सफर करके आए लगे। कहन लगा जी बड़ा सफर तो कीता है ते ये तारू सिंह का घर है। भाई तारू सिंह जी कहन लगे हाँ जी ये तारू सिंह का घर है, आजो प्रसादा छको। कहन लगे भुख भी बड़ी लगी है, सफर करके आया, थकिया बहुत है। जल छकाया, बिठाया तो प्रसादा तैयार करके जिदन प्रसादा छकाउण लगे, जिस वक्त उस बजुर्ग ने एक गराही तोड़ी है, मूँह च बुरकी पाउण लगा, भुब्बा मार के रोक दिता। भाई तारू सिंह जी कहन लगे की होया बापू जी, कोई गलती हो गई, साडी सेवा च कोई कमी रह गई। कहन लगा ना पुत, तेरी सेवा च कोई कमी नहीं है, पर तू एक गल दस, मैं ये बुरकी किवें खावां जिस दी इज्जत दाऽ ते लगी होवे, उहदे कोलों प्रसादा छकिया कोई नहीं जाता। भाई तारू सिंह कहन लगे खुल के गल दस। कहन लगे जे मेरा पुत्र हुंदा, अज तेरी उम्र दा हुंदा ते मैनूं ऐ रुलना ना पैंदा, मेरी पग रुलदी ना। कहंदे फिर भी गल दसो की है? कहंदे गल ये है, मेरी धी है, जवान धी है, मेरा नाम है माछी रहीम बख्श, पट्टी दे इलाके तो आया, पट्टी दे नवाब ने मेरी धी नूं चुक लिया। वो कहता है जां तां निकाह कर देवो, नहीं तां फिर इहदे नतीजे बड़े माड़े होणगे, किते मूँह देण जोगे नहीं रहो। अज दी रात है, कल उन्हें निकाह कर लेना है। मेरी धी मनदी नहीं है। हाँ मैं यतन बड़ा किया भी आपां गरीब आ, कर कुछ नहीं सकते, तू गल मान लै ते निकाह कर लै। पर उसका अगे जवाब सी कि मैं निकाह किवें करा बापू, तेरी उम्र दे तां उहदे पुत्र ने, मैं उहदे नाल विआह किवें कर लेवां, उहदी तां उम्र बड़ी वड्डी है मेरे नालों। ते कहंदा फिर मेरी धी ने कहा सी भी इस वक्त हाकम भी मुसलमान है, आपां भी मुसलमान आ, तू हाकम दे कोल जा, फरियाद कर, हो सकता है अपनी फरियाद सुनी जावे। जदों फरियाद सुनी जाएगी तो फिर आपां सौखे हो जावांगे। रहीम बख्श कहंदा ठीक है। वो कहंदा मैं अपनी धी दी गल सुन के ते जकरिया खान दे कोल आ गया। जकरिया खान नूं जाके सारी गल दसी ते जकरिया खान ने कोई मुश्किल का हल ना किया। उन्हें भी कह दिता भी मैं कुछ नहीं कर सकता, मैं इवें फौजदारां दे नाल कोई बिगाड़ नहीं चाहुंदा, कल नूं मैनूं उन्हां दी लोड़ है। कहंदा पर जदों मैं तुरन लगा सी ना ते मेरी धी ने गल कही सी भी जे अपनी कितों मदद ना होवे, कोई अपनी बाह ना फड़े तो किसी सिख नूं लभ लिया, सिख जरूर मदद करेगा। अपने किरदार देखिए, अज साडे किरदार किथे ने? असीं अरदास दे अंदर वचन रोज़ पढ़ने, जहाँ जहाँ खालसा जी साहिब तहाँ तहाँ रचिया रियायत। पर मुश्किल ये है कि अज साडियां धीआं भैणां पग्गां वालियां तो ज़्यादा डर लग, ये सच है। कदे आवाज़ पैंदी सी शही बाबा शही मोड़ी बाबा डांग वालिया, मोड़ी बाबा कच्छ वालिया रन बसरे नूं गई। अज साडियां पग्गां तो डर लगन लग गया, साडे किरदार इन्ने नीवें हो गए। ते वक्त सी जिदण लोग लभ के आउंदे सन, कोई सिख लभ जावे ते उहदे घर जाइए मदद मंगण वास्ते अपनी धी दी रखिया दे लई। भाई तारू सिंह ने सारी गल सुनी है। वो कहन लगा है भी वो चुक के लै गया। तो मैनू जदों सुनेहा ये दिता सी ना धी ने, फिर मैं इलाके च पुछया, हरेक ने कहा सी भी तारू सिंह के घर चला जा, तेरी उतों मुश्किल हल हो जाएगी, तेनों उतों मदद मिल सकती है, इस करके मैं तेरे दर ते आया। भाई तारू सिंह कहन लगे भी कोई गल नहीं, चिंता वाली नहीं गल, हल हो जाएगा।
ਉਹ ਕਹਿਣ ਲੱਗਾ, ਪੁੱਤਰ ਚਿੰਤਾ ਵਾਲੀ ਗੱਲ ਕਿਉਂ ਨਹੀਂ ਆ, ਇੱਕ ਰਾਤ ਹੈ ਸਿਰਫ, ਕੱਲ ਨੂੰ ਨਿਕਾਹ ਹੋ ਜਾਣਾ ਹੈ ਮੇਰੀ ਧੀ ਦਾ, ਹੁਣ ਇੱਕ ਰਾਤ 'ਚ ਕੀ ਹੋਵੇਗਾ। ਭਾਈ ਤਾਰੂ ਸਿੰਘ ਕਹਿਣ ਲੱਗੇ, ਜਿਹਦੇ ਕੋਲੋਂ ਮੈਂ ਉਪਦੇਸ਼ ਲੈਣਾ, ਜਿਹਦੇ ਕੋਲ ਜਾ ਕੇ ਮੈਂ ਮੱਥਾ ਟੇਕਦਾ, ਜਿਹਦੇ ਕੋਲ ਜਾ ਕੇ ਮੈਂ ਨਮਸਕਾਰਾਂ ਕਰਦਾ, ਜਿਹਦੇ ਕੋਲੋਂ ਮੈਂ ਮੰਗਾ ਮੰਗਦਾ ਨਾ, ਉਹਦੇ ਕੋਲ ਇੰਨੀ ਸਮਰੱਥਾ ਹੈ ਵੀ ਇੱਕ ਪਲ ਦੇ ਵਿੱਚ ਸਾਰਾ ਕੁਝ ਖਤਮ ਕਰ ਦੇ। ਉਹ ਇੱਕ ਪਲ ਦੇ ਵਿੱਚ ਚਾਹੇ ਤੇ ਸੰਸਾਰ, ਇਹ ਕਾਇਨਾਤ ਸਾਰੀ ਖਤਮ ਕਰਕੇ ਦੋਹਰੇ ਸਿਰਜ ਦੇਵੇ, ਇੱਕੋ ਪਲ ਦੀ ਖੇਡ ਹੈ ਉਹਦੀ। ਮੈਂ ਉਹਨੂੰ ਮੰਨਦਾ, ਮੈਂ ਕਿਸੇ ਹੋਰ ਦਾ ਪੁਜਾਰੀ ਨਹੀਂ ਆ। ਕਿਤੇ ਤੁਸੀਂ ਪ੍ਰਸ਼ਾਦਾ ਛਕੋ, ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ, ਮੈਂ ਆਪੇ ਹੱਲ ਕਰ ਦੂੰਗਾ। ਉਹ ਬਜ਼ੁਰਗ ਪ੍ਰਸ਼ਾਦਾ ਛਕਦਾ ਹੈ। ਭਾਈ ਤਾਰੂ ਸਿੰਘ ਜੀ ਜੰਗਲ ਜਾਂਦੇ ਨੇ, ਉੱਥੇ ਸਿੰਘਾਂ ਦਾ ਜਥਾ ਠਹਿਰਿਆ ਹੋਇਆ, ਜਾ ਕੇ ਉਹਨਾਂ ਨੂੰ ਸਾਰੀ ਗੱਲਬਾਤ ਦੱਸਦੇ ਆ, ਬੇਨਤੀ ਕਰਦੇ ਨੇ ਤੇ ਹੁਣ ਤੁਸੀਂ ਹੱਲ ਕਰੋ। ਹੁਣ ਜਦੋਂ ਉਹ ਜਥੇ ਨੇ ਸੁਣਿਆ, ਉਹ ਕਹਿੰਦੇ ਕੋਈ ਗੱਲ ਨਹੀਂ ਹੈ, ਇਹ ਤਾਂ ਕੋਈ ਮੁਸ਼ਕਲ ਵਾਲਾ, ਕੋਈ ਰੌਲੇ ਵਾਲੀ ਗੱਲ ਹੀ ਨਹੀਂ ਹੈ। ਉਹ ਸਿੰਘਾਂ ਦਾ ਜਥਾ ਭਾਈ ਤਾਰੂ ਸਿੰਘ ਦੇ ਘਰ ਆਉਂਦਾ ਹੈ। ਉਸ ਬਜ਼ੁਰਗ ਨੂੰ ਨਾਲ ਲੈ ਕਰਕੇ ਪੱਟੀ ਦੇ ਫੌਜਦਾਰ ਨੂੰ ਸੋਧਾ ਲਾ ਕੇ ਉਸ ਧੀ ਨੂੰ ਉੱਥੋਂ ਬਚਾ ਕੇ ਲਿਆ ਤੇ ਬਜ਼ੁਰਗ ਨੂੰ ਕੁਝ ਧਨ ਦੇ ਕਰਕੇ ਕਿ ਤੁਸੀਂ ਇੱਥੋਂ ਚਲੇ ਜਾਓ, ਜਿੱਥੇ ਤੁਹਾਨੂੰ ਸੌਖਾ ਲੱਗਦਾ। ਇੱਕ ਘੋੜਾ ਦਿੰਦੇ ਨੇ ਤੇ ਬਜ਼ੁਰਗ ਧੀ ਨੂੰ ਲੈ ਕਰਕੇ ਕਸੂਰ ਦੇ ਇਲਾਕੇ ਚਲਾ ਜਾਂਦਾ। ਇਹ ਸਾਡਾ ਕਿਰਦਾਰ, ਇਹ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਹੈ। ਹੁਣ ਉਸੇ ਵਕਤ ਦੇ ਵਿੱਚ ਜਦੋਂ ਇਹ ਸਾਰਾ ਕੁਝ ਹੁੰਦਾ ਹੈ, ਜ਼ਕਰੀਆ ਖਾਨ ਪੁੱਛਦਾ ਹੈ ਵੀ ਮੈਂ ਸਾਰਾ ਜ਼ੋਰ ਲਾ ਲਿਆ ਸਿੱਖਾਂ ਨੂੰ ਖਤਮ ਕਰਨ ਵਾਸਤੇ, ਸਿੱਖ ਖਤਮ ਕਿਉਂ ਨਹੀਂ ਹੁੰਦੇ। ਉਹਦੇ ਕੋਲ ਉਸ ਵਕਤ ਬੈਠਾ ਹੋਇਆ ਹਰਭਗਤ ਨਿਰੰਜਨੀਆ, ਇਹ ਡਾਊਟ ਰਿਹਾ ਹੈ। ਬੜੇ ਇਹਨੇ ਸਿੰਘਾਂ ਨੂੰ ਸ਼ਹੀਦ ਕਰਵਾਇਆ, ਮਲਕਾ ਦਾਸ, ਹਰਭਗਤ ਨਿਰੰਜਨੀਆ, ਇਹ ਇਕੱਠੇ ਰਹਿੰਦੇ ਨੇ। ਹਾਲਾਂਕਿ ਹਰਭਗਤ ਨਿਰੰਜਨੀਆ ਬੜੇ ਸਤਿਕਾਰਤ ਪਰਿਵਾਰ ਦੇ ਵਿੱਚੋਂ ਹੈ। ਹਰਭਗਤ ਨਿਰੰਜਨੀਆ ਬੜੇ ਸਤਿਕਾਰਤ ਪਰਿਵਾਰ ਦੇ ਵਿੱਚੋਂ, ਭਾਈ ਹੰਧਾਲ ਜੀ ਦੇ ਪਰਿਵਾਰ ਦੇ ਵਿੱਚੋਂ ਨੇ, ਬੜੇ ਗੁਰਮੁਖ ਨੇ, ਗੁਰੂ ਘਰ ਦੇ ਪ੍ਰਚਾਰਕ ਨੇ, ਉਹਨਾਂ ਦੇ ਪਰਿਵਾਰ ਦੇ ਵਿੱਚੋਂ। ਉਹ ਜੋ ਪਰਮਾਤਮਾ ਨੂੰ ਚੇਤਾ ਕਰਦੇ ਨੇ, ਸਿਮਰਨ ਕਰਦੇ, ਉਹ ਨਿਰੰਜਨ ਨਿਰੰਜਨ ਕਹਿੰਦੇ ਸਨ, ਇਸ ਕਰਕੇ ਇਹਨਾਂ ਨੂੰ ਨਿਰੰਜਨੀਆ ਕਿਹਾ ਜਾਣ ਲੱਗਾ। ਪਰ ਹਰਭਗਤ ਨਿਰੰਜਨੀਆ ਜਿਹੜਾ ਹੈ ਇਹ ਗਲਤ ਮਾਰਗ ਤੇ ਤੁਰ ਪਿਆ, ਬੜੇ ਸਿੰਘਾਂ ਨੂੰ ਸ਼ਹੀਦ ਕਰਾਇਆ ਤੇ ਕਹਿਣ ਲੱਗਾ ਕਿ ਜ਼ਕਰੀਆ ਖਾਨ, ਖਾਨ ਬਹਾਦਰ, ਇੱਥੇ ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਜ਼ਕਰੀਆ ਖਾਨ ਕਹਿਣ ਲੱਗਾ, ਕਿਉਂ ਨਹੀਂ ਕੀਤਾ ਜਾ ਸਕਦਾ? ਕਹਿੰਦਾ ਤੁਹਾਡੇ ਇਲਾਕੇ ਦੇ ਵਿੱਚ ਬੜੇ ਸਿੱਖ ਇਦਾਂ ਦੇ ਨੇ ਜਿਹੜੇ ਤੁਹਾਡੇ ਬਾਗੀਆਂ ਨੂੰ ਪਨਾਹ ਦਿੰਦੇ ਨੇ, ਬੜੇ ਸਿੱਖ ਇਦਾਂ ਦੇ ਨੇ ਜਿਹੜੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ। ਤੁਸੀਂ ਕਹਿੰਦੇ ਹੋ ਭੁੱਖੇ ਮਾਰ ਦੇਣਾ, ਉਹ ਭੁੱਖੇ ਰਹਿੰਦੇ ਹੀ ਨਹੀਂ ਆ। ਤੁਸੀਂ ਆਪ ਤਾਂ ਇੰਨੀ ਕਿਰਪਾ ਦਇਆ ਕਰਦੇ ਇਹਨਾਂ ਦੇ ਉੱਤੇ। ਜ਼ਕਰੀਆ ਖਾਨ ਨੂੰ ਗੁੱਸਾ ਆਇਆ। ਉਸੇ ਵੇਲੇ ਇਹਨੇ ਫੌਜਦਾਰ ਭੇਜਿਆ ਹੈ। ਫੌਜਦਾਰ ਨੇ ਜਾ ਕੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਮੈਂ ਸੰਖੇਪ ਦੇ ਵਿੱਚ ਆਵਾਂ, ਵਕਤ ਨੇੜੇ ਲੱਗ ਗਿਆ। ਜਿਸ ਵਕਤ ਗ੍ਰਿਫਤਾਰੀ ਹੁੰਦੀ ਹੈ, ਹੁਣ ਸਾਰੇ ਇਲਾਕੇ 'ਚ ਬੜਾ ਪਿਆਰ ਹੈ, ਬੜਾ ਸਤਿਕਾਰ ਹੈ, ਹਰੇਕ ਚਾਹੁੰਦਾ ਹੈ ਭਾਈ ਤਾਰੂ ਸਿੰਘ ਨੂੰ ਰਿਹਾ ਕਰਵਾ ਲਿਆ ਜਾਵੇ, ਪਰ ਭਾਈ ਤਾਰੂ ਸਿੰਘ ਮਨਾ ਕਰ ਦਿੰਦੇ ਨੇ। ਮਾਤਾ ਨੇ ਫਿਰ ਇੱਕ ਵਾਰ ਉਹੀ ਗੱਲ ਦੁਹਰਾਈ, ਪੁੱਤ ਵੇ ਧਿਆਨ ਰੱਖੀ, ਜੇ ਵਕਤ ਆਵੇ ਸ਼ਹੀਦ ਹੋ ਜਾਵੀਂ। ਇਹ ਪਤਾ ਹੈ ਜਿੱਥੇ ਚੱਲਿਆ ਮੁੜ ਕੇ ਨਹੀਂ ਆਉਣਾ। ਜ਼ਾਲਮ ਪਹਿਲਾਂ ਸੋਚ ਕੇ ਬੈਠਾ ਹੈ, ਕਿਉਂਕਿ ਅਜੇ ਤੱਕ ਇਹੀ ਹਾਲ ਹੁੰਦਾ ਹੈ। ਉਹਨੇ ਮੰਨਣਾ ਨਹੀਂ ਹੈ, ਪਰ ਧਿਆਨ ਰੱਖੀ ਮੇਰੀ ਪਰਵਰਿਸ਼ ਦੇ ਉੱਤੇ ਕਲੰਕ ਨਾ ਲੱਗੇ। ਭਾਈ ਤਾਰੂ ਸਿੰਘ ਕਹਿਣ ਲੱਗਾ, ਮਾਤਾ ਤੂੰ ਫਿਕਰ ਨਾ ਕਰ, ਗੁਰੂ ਨਾਨਕ ਬਖਸ਼ਿਸ਼ ਕਰੇ, ਮੇਰੇ ਉੱਤੇ ਰਹਿਮਤ ਕਰੇ ਤੇ ਮੈਂ ਇਸ ਮਾਰਗ ਦੇ ਉੱਤੇ ਸਿੱਖੀ ਜਿਹੜੀ ਹੈ ਉਹ ਕੇਸਾਂ ਸਵਾਸਾਂ ਦੇ ਨਾਲ ਮੇਰੀ ਨਿਭਾਵੇ। ਜਿਸ ਵਕਤ ਪਹੁੰਚਦੇ ਨੇ, ਜ਼ਕਰੀਆ ਖਾਨ ਨੇ ਸਵਾਲ ਕੀਤਾ, ਕਹਿਣ ਲੱਗੇ ਤੂੰ ਬਾਗੀਆਂ ਦੀ ਮਦਦ ਕਰਦਾ? ਜ਼ਕਰੀਆ ਖਾਨ ਕਹਿਣ ਲੱਗਾ ਤੂੰ ਬਾਗੀਆਂ ਦੀ ਮਦਦ ਕਰਦਾ ਹੈ? ਤੇ ਭਾਈ ਤਾਰੂ ਸਿੰਘ ਨੇ ਜਵਾਬ ਦਿੱਤਾ ਸੀ, ਤੈਨੂੰ ਉਹ ਬਾਗੀ ਲੱਗਦੇ, ਮੇਰੇ ਗੁਰ ਭਾਈ ਨੇ, ਮੈਂ ਹੋਰ ਕੁਝ ਨਹੀਂ। ਮੇਰਾ ਸਿਰਫ ਇੱਕੋ ਹੀ ਇੱਕ ਹੈ ਕਿ ਮੈਨੂੰ ਸਿਖਾਇਆ ਹੀ ਇਹ ਗਿਆ ਹੈ, ਘਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ। ਮੇਰੀ ਸੇਵਾ ਹੀ ਇਹ ਲੱਗੀ ਹੈ ਕਿ ਕੋਈ ਆ ਜਾਵੇ। ਤੈਨੂੰ ਬਾਗੀ ਲੱਗਦੇ ਨੇ,
ਮੇਰੇ ਘਰ ਦੇ ਵਿੱਚ ਕੋਈ ਮੁਸਲਮਾਨ ਆ ਜਾਵੇ, ਮੇਰੇ ਘਰ ਦੇ ਵਿੱਚ ਕੋਈ ਹਿੰਦੂ ਆ ਜਾਵੇ, ਮੇਰੇ ਘਰ 'ਚ ਕੋਈ ਸਿੱਖ ਆ ਜਾਵੇ, ਮੇਰੇ ਘਰ 'ਚ ਕੋਈ ਬਾਗੀ ਆ ਜਾਵੇ, ਤੇਰੇ ਦਰਬਾਰ ਦਾ ਕੋਈ ਅਹਿਲਕਾਰ ਆ ਜਾਵੇ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ। ਮੇਰਾ ਕੰਮ ਹੈ ਲੰਗਰ ਛਕਾਉਣਾ। ਇੱਥੇ ਖਿਆਲ ਰੱਖੀਏ। ਮੈਂ ਬੇਨਤੀ ਫੇਰ ਕਰ ਦੇਵਾਂ, ਪਹਿਲਾਂ ਜਿਹੜੀ ਦੁਹਰਾ ਦੇਵਾਂ, ਪਹਿਲਾਂ ਵਾਲੀ ਕਿ ਅੱਜ ਸਾਡੇ ਲੰਗਰਾਂ ਦੇ ਵਿੱਚ ਅਸੀਂ ਕਹਿਣ ਨਹੀਂ ਲੱਗ ਗਏ ਕਿ ਆਹ ਜੀ ਚੌਥੇ ਪੌੜੇ ਵਾਲੇ ਨੇ, ਆਹ ਨੀਵੇਂ ਨੇ, ਇਹਨਾਂ ਦੀ ਪੰਗਤ ਵੱਖਰੀ ਲਾ ਦੇਵੋ। ਅਸੀਂ ਇਹਨਾਂ ਦੇ ਨਾਲ ਬੈਠਣਾ ਨਹੀਂ, ਅਸੀਂ ਵੱਡੇ ਚੌਧਰੀ ਹਾਂ ਕਹਿਣ ਲੱਗੇ ਨਾ ਅਸੀਂ। ਫਿਰ ਅਸੀਂ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਕਿਵੇਂ ਲਵਾਂਗੇ? ਭਾਈ ਲਾਲੋ ਦੇ ਘਰ ਜਾ ਕੇ ਬੈਠਣ ਵਾਲੇ ਦੀਆਂ ਬਖਸ਼ਿਸ਼ਾਂ ਤਾਂ ਮਿਲਣੀਆਂ ਨੇ ਜੇ ਸੁਰਤ ਦੇ ਅੰਦਰ ਉਹ ਉਪਦੇਸ਼ ਵਸਿਆ ਹੋਵੇਗਾ। ਜੇ ਉੱਚੀ ਜ਼ਾਤ ਦਾ ਹੰਕਾਰ ਹੈ, ਹਉਮੈ ਲੈ ਕੇ ਤੁਰੇ ਫਿਰਾਂਗੇ ਤੇ ਸਾਹਿਬ ਕਹਿੰਦੇ ਨੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ, ਰਹਿਮਤਾਂ ਨਹੀਂ ਮਿਲਣੀਆਂ ਭਾਵੇਂ ਜੋ ਮਰਜ਼ੀ ਕਰਦੇ ਰਹੀਏ। ਫਿਰ ਜਿੰਨੀ ਮਰਜ਼ੀ ਬਾਣੀ ਪੜ੍ਹ ਲਈਏ, ਜਿੰਨੇ ਮਰਜ਼ੀ ਨਮਸਕਾਰਾਂ ਕਰ ਲਈਏ, ਰਹਿਮਤਾਂ ਨਹੀਂ ਮਿਲਣੀਆਂ। ਤੇ ਭਾਈ ਤਾਰੂ ਸਿੰਘ ਦਾ ਜਵਾਬ ਸੁਣ ਕੇ ਜ਼ਕਰੀਆ ਖਾਨ ਕਹਿਣ ਲੱਗਾ, ਨਾ ਇਹ ਤੇ ਹੱਲ ਹੀ ਨਹੀਂ ਹੈ, ਹੁਣ ਇੱਕੋ ਹੀ ਇੱਕ ਹੱਲ ਹੈ। ਕਿਉਂਕਿ ਪਤਾ ਸੀ ਵੀ ਇਹਨੇ ਵੀ ਮੰਨਣਾ ਨਹੀਂ ਹੈ, ਯਤਨ ਬਥੇਰੇ ਕਰ ਲਏ। ਮੈਂ ਇੱਕ ਬੇਨਤੀ ਕਰ ਦੇਵਾਂ, ਜਦੋਂ ਵੀ ਕੋਈ ਫੌਜਦਾਰ ਗ੍ਰਿਫਤਾਰ ਕਰਦਾ ਹੈ ਨਾ ਕਿਸੇ ਸਿੱਖ ਨੂੰ, ਉਹ ਪਹਿਲੋਂ ਸਾਰਾ ਯਤਨ ਕਰਕੇ ਆਉਂਦਾ ਹੈ ਵੀ ਮੈਂ ਮਨਾ ਲਵਾਂ ਕਿ ਇਹ ਇਸਲਾਮ ਦੇ ਵਿੱਚ ਮੈਂ ਲੈ ਕੇ ਆਉਂਦਾ। ਦੀਨੇ ਇਸਲਾਮ 'ਚ ਜੇ ਉਹ ਲੈ ਆਵੇਗਾ ਨਾ, ਫਿਰ ਸੌਖਾ ਹੋ ਜਾਏਗਾ, ਉਹਦੀ ਫੌਜਦਾਰੀ ਵੱਡੀ ਹੋ ਜਾਏਗੀ, ਉਹਨੂੰ ਇਨਾਮ ਮਿਲਣਗੇ। ਸਾਹਿਬਜ਼ਾਦਿਆਂ ਦੀ ਜਿਸ ਵਕਤ ਗ੍ਰਿਫਤਾਰੀ ਹੁੰਦੀ ਆ, ਉਦੋਂ ਵੀ ਇਹ ਸਾਰਾ ਯਤਨ ਪਹਿਲੋਂ ਕੀਤਾ ਗਿਆ, ਜਾਨੀ ਖਾਂ ਮਾਨੀ ਖਾਂ। ਫਿਰ ਸੂਬਾ ਸਰਹੰਦ ਦੇ ਕੋਲ ਪੇਸ਼ ਕੀਤਾ ਜਾਂਦਾ। ਇੱਥੇ ਵੀ ਇਹੀ ਹੈ, ਪਹਿਲੋਂ ਸਾਰਾ ਯਤਨ ਕੀਤਾ ਗਿਆ, ਪਰ ਜਦੋਂ ਗੱਲ ਨਹੀਂ ਬਣੀ ਫਿਰ ਜ਼ਕਰੀਆ ਖਾਨ ਦੇ ਕੋਲ ਪੇਸ਼ ਕੀਤਾ। ਫਿਰ ਜ਼ਕਰੀਆ ਖਾਨ ਦੇ ਕੋਲ ਸਵਾਲ ਜਵਾਬ ਹੁੰਦੇ। ਜ਼ਕਰੀਆ ਖਾਨ ਕਹਿੰਦਾ ਹੈ, ਮੇਰਾ ਮਨ ਕਰਦਾ ਹੈ ਵੀ ਆ ਬਹੁਤਾ ਜਿਹੜਾ ਤੁਹਾਨੂੰ ਸਿੱਖੀ ਦੇ ਉੱਤੇ ਮਾਣ ਹੈ ਨਾ, ਜਿਹੜੀ ਗੱਲ ਬਾਰ-ਬਾਰ ਤੁਸੀਂ ਦੁਹਰਾਉਂਦੇ ਹੋ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਮੇਰਾ ਮਨ ਕਰਦਾ ਹੈ ਵੀ ਇਹ ਜੁੱਤੀ ਲਵਾਂ ਤੇ ਤਾਰੂ ਸਿੰਘ ਤੇਰੇ ਸਿਰ 'ਚ ਮਾਰ-ਮਾਰ ਕੇ ਤੇਰੇ ਵਾਲ ਸਾਰੇ ਝਾੜ ਦੇ। ਤਾਰੂ ਸਿੰਘ ਨੇ ਸਹਿਜੇ ਜਵਾਬ ਦਿੱਤਾ ਸੀ ਉਸ ਵਕਤ ਕਿ ਜ਼ਕਰੀਆ ਖਾਨ ਵਕਤ ਦੱਸੇਗਾ ਜੁੱਤੀ ਕਿਹਦੀ ਹੋਵੇਗੀ ਤੇ ਸਿਰ ਕਿਹਦਾ ਹੋਵੇਗਾ। ਇਹ ਉਹਨਾਂ ਦੇ ਬਚਨ ਨੇ ਜਿਨ੍ਹਾਂ ਨੇ ਸੱਚਮੁੱਚ ਰੱਬੀ ਬਾਣੀ ਨੂੰ ਕਮਾਇਆ ਹੈ। ਸਭ ਮੁਬਾਰਕ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋ ਬੰਦੇ, ਪਰ ਬੋਲੇ ਕੋਈ ਭਗਤ, ਬੋਲੇ ਕੋਈ ਜੁੜਿਆ ਹੋਇਆ। ਅੱਜ ਬਥੇਰੇ ਨੇ ਜਿਹੜੇ ਦਾਅਵੇ ਕਰਦੇ ਨੇ ਸਾਡਾ ਬੋਲਿਆ ਪੂਰਾ ਹੋ ਜਾਂਦਾ, ਜੀਵਨ ਕਿਰਦਾਰ ਬੜੇ ਨੀਵੇਂ ਨੇ। ਭਾਈ ਤਾਰੂ ਸਿੰਘ ਜੀ ਦਾ ਜੀਵਨ ਬੜਾ ਉੱਚਾ ਹੈ। ਜਿਸ ਵਕਤ ਇਹ ਸਾਰੀ ਵਾਰਤਾ ਹੁੰਦੀ ਹੈ, ਭਾਈ ਤਾਰੂ ਸਿੰਘ ਜੀ ਦੇ ਵੱਲ ਜ਼ਕਰੀਆ ਖਾਨ ਗੁੱਸੇ ਨਾਲ ਦੇਖਦਾ ਹੈ। ਇੱਕ ਬੇਨਤੀ ਕਰਦਾ, ਅਸੀਂ ਅਕਸਰ ਸੁਣਦੇ ਹਾਂ ਕਿ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਫਤਵਾ ਸੁਣਾਇਆ ਤੇ ਫਤਵਾ ਇਹ ਸੁਣਾਇਆ ਗਿਆ ਵੀ ਇਹਨਾਂ ਦੇ ਕੇਸ ਕਤਲ ਕੀਤੇ ਜਾਣ। ਖਿਆਲ ਰੱਖੀਏ, ਕੁਰਾਨ ਦੇ ਸੂਰਾ ਬਕਰ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ, ਤੁਸੀਂ ਇਤਿਹਾਸ ਕਿਤੇ ਵੀ ਨਹੀਂ ਪੜ੍ਹੋਗੇ ਕਿ ਕਿਸੇ ਮੁਸਲਮਾਨ ਨੇ ਕਿਸੇ ਦੇਵੀ ਕੇਸਾਂ ਦੀ ਬੇਅਦਬੀ ਕੀਤੀ ਹੈ। ਭਾਈ ਤਾਰੂ ਸਿੰਘ ਜੀ ਦੇ ਕੇਸਾਂ ਦਾ ਫਤਵਾ ਨਹੀਂ ਹੈ, ਉਹ ਖੋਪੜੀ ਲਾਉਣ ਦਾ ਹੀ ਫਤਵਾ ਹੈ, ਕਿਉਂਕਿ ਉਹ ਕੁਰਾਨ ਤੋਂ ਉਲਟ ਨਹੀਂ ਜਾਂਦੇ। ਤੇ ਕੁਰਾਨ ਇਹ ਗੱਲ ਸਪਸ਼ਟ ਕਹਿੰਦਾ ਹੈ ਵੀ ਕੇਸਾਂ ਦੀ ਬੇਅਦਬੀ ਕਰਨ ਵਾਲਾ ਜਾਂ ਕੇਸਾਂ ਨੂੰ ਮਾੜਾ ਕਹਿਣ ਵਾਲਾ, ਹਾਲਾਂਕਿ ਗੁੱਸੇ ਦੇ ਵਿੱਚ ਜ਼ਕਰੀਆ ਖਾਨ ਬੋਲਦਾ ਜ਼ਰੂਰ ਹੈ, ਪਰ ਜਦੋਂ ਕਾਜ਼ੀ ਫਤਵਾ ਸੁਣਾਉਂਦਾ ਹੈ ਤੇ ਫਿਰ ਉਹ ਕੁਰਾਨ ਤੋਂ ਉਲਟ ਨਹੀਂ ਜਾਂਦਾ, ਭਾਵੇਂ ਕਿ ਉਹ ਕੋਈ ਬਹਾਨਾ ਕੱਢ ਲਵੇ, ਉਲਟ ਜਾਣ ਦਾ ਬਹਾਨਾ ਕੱਢ ਲਵੇ, ਪਰ ਸਿੱਧੇ ਤੌਰ ਦੇ ਉੱਤੇ ਗਲਤ ਨਹੀਂ ਜਾਂਦਾ। ਤੇ ਉਹ ਜਿਹੜੀ ਆਇਤ ਇਹ ਗੱਲ ਕਹਿੰਦੀ ਹੈ ਕਿ ਕੋਈ ਵੀ ਜਿਹਨੇ ਖੁਸ਼ੀ ਲੈਣੀ ਹੈ ਖੁਦਾ ਦੀ, ਉਹ ਕੇਸਾਂ ਦੀ ਬੇਅਦਬੀ ਨਹੀਂ ਕਰੇਗੀ। ਔਰ ਕੁਰਾਨ 'ਚ ਬੜੀ ਵਾਰ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕੇਸਾਂ ਦੀ ਸੰਭਾਲ ਕਰਨ ਵਾਲਾ। ਹਾਲਾਂਕਿ ਸਾਰਿਆਂ ਦਾ ਹੀ ਹਾਲ ਜਿੱਦਾਂ ਦਾ ਸਾਡਾ ਹੈ ਉੱਦਾਂ ਦਾ ਹੀ ਉਹਨਾਂ ਦਾ ਹੋ ਗਿਆ ਵਾ, ਤੇ ਫਤਵਾ ਸੁਣਾਇਆ ਜਾਂਦਾ ਹੈ ਕਿ ਖੋਪੜ ਉਤਾਰਿਆ ਜਾਵੇ।
खोपड़ी उतारी जाती है। अज असीं तस्वीर देखते हैं, मैं अक्सर बेनती करता हुन्ना भी तस्वीरां कदे भी इतिहास के नाल इंसाफ नहीं करती। असीं तस्वीरां देखिए पिछे भी लगी हुई भाई तारू सिंह जी की, ख्याल करिए जी खोपड़ उतरी होगी ਉਹਦੇ ਉੱਤੇ शरीर के किते 2-4 बूंदां ही पईयां होणगीਆਂ खून दीयां। खोपड़ उतर गया, सारा शरीर नहीं भर गया होवे खून दे नाल, सारा शरीर नहीं लहू दे नाल लथपथ होया होवे, तस्वीरां इंसाफ कदे भी नहीं करदी। सारा शरीर लहू दे नाल भिजिया है। उस वक्त मुश्किल बन गई। ज़करिया खान नूं पेशाब दा बंध पै गया। हुण शाही काजी ने भी आके गल कही कि सारे इलाज कर लए ने, पर मैनूं लगदा है भाई तारू सिंह की कही हुई उस गल का तेरे उत्ते असर हो गया कि जिहड़ी उहने गल कही सी ना उही तेरे नाल वापर रही है कि जुत्ती का ही हल होवेगा। भाई सुबेग सिंह भी मिलवरतनीय सिख ने। भाई सुबेग सिंह नूं जिहड़े उस वक्त उत्ते ठेकेदार भी ने, शाही ठेकेदार ने, उन्होंने बुलाया जाता है। ज़करिया खान जो ये गल दसदा है भी काजी भी ये गल कह रहा है भी तारू सिंह की जुत्ती हल करेगी, तो उस वक्त ज़करिया खान मनो बड़ा डरिया होया है। भाई तारू सिंह की ये गल सुन के भाई सुबेग सिंह फिर खालसे के कोल जाते हैं, जाके सारी वारता दसते हैं। जिस वक्त वारता दसते हैं तो खालसे ने जुत्ती दी है भाई तारू सिंह की। उस जुत्ती दे नाल भाई तारू सिंह की जिहड़ी जुत्ती सी उहदे नाल ज़करिया खान की मुश्किल हल होंदी है। उहदे पेशाब दा बन जिन्नी बार वजदी है उहनूं राहत मिलती है। अखीर भाई तारू सिंह की जुत्ती दे नाल उहदी मौत होंदी है। 22 दिनों तक उस सिदकी रबी बाणी का गायन करता होया उन्हां हालातां च भी परमात्मा नूं चिते रखदा गुरु गुरु जपदा होया सिखी केसां सवासां दे नाल निभा जांदा है। सिखा ख्याल करी तेरा अपना जीवन किवें दा है, अज तू किथे खलोता है। 1745 दे विच 25 साल दी पर जवानी दे विच शहादत हुंदी है, असीं किथे खलोते हैं। साहिब दा मुबारक बचन जिहड़ा पढ़िया सी, सावण सरसी कामणी चरण कमल स्यों प्यार, जिन्हां दा प्यार गुरु दे चरना कमलां दे नाल है ना, उन्हां दे जीवन दे अंदर रस आ जांदा। मन तन रत्ता सच रंग इको रंग प्यार, उन्हां दा इको परमात्मा इको नाम आधार, आधार एक नाम दा है। जिन्हां दे जीवन का आधार एक नाम होवे फिर डोलदे नहीं, उह टिके रहिंदे ने, सचमुच नाम दे विच रंगे जांदे, फिर उन्हां दे जीवन की दौड़ खत्म हो जाती है। विखिया रंग कूड़ाविया दिसन सबे शार, बाहर का विखिया का रंग सारा ही उन्होंने झूठा लगन लग जाता, क्योंकि है ही झूठा। सब कहते फिर पासे कर देंगे ने। हर अमृत बूंद सुहावनी मिल साधु पीवन हार, नाम की जिहड़ी अमृत बूंद है, सब कहते गुरमुखां की संगत गुरु दे नाल मिल के ये पीण योग हो जाती है, सानू पीण की जाच आ जाती है। तो जिन्हां ने ये पी लई वाण तिन प्रभ संग मौलिया, समरथ पुरख अपार, फिर सारा कुछ उस मालक की बख्शिश के नाल जिवें जंगल बेले हरे हो जाते हैं। जिस वक्त बरसात होती है, सब कहते नाम के रंग के नाल इदां ही तेरा मन नहीं खिड़ जाएगा। हर मिलना नो मन लोचदा, करम मिलावन हार, जिन्हां दे हृदयां दे अंदर नाम की दात आ जाए, फिर उन्हां दे अंदर रब जी नूं मिलण दी तांग पैदा हो जाती है। सब कहते मिलते वो ने जिन्हां दे उत्ते बख्शिश हो जाए। करम मिलावन हार, जिनी सखीए प्रभ पाया, हाँ तिन कै सद बलिहार, जिन्हां नूं परमात्मा मिल जाए। धन गुरु अर्जन पातशाह कहते मैं उन्हां तो बलिहार जाना, सदके जाना, नानक हर जी मया कर, शब्द सवारन हार। रब जी दे कोल गुरु दे कोल अरदास करिए, सब जीओ किरपा करो। दो शब्द ने, एक माया ते एक मया, दोनों के अंतर नूं चेता रखना है। मया का भाव है कृपा बख्शिश, सब दे कोल अरदास है। मालक जी दया करो, शब्द के राही साडे जीवन नूं सवार देवो, तुसीं सवारण योग हो। सावण तिन्हां सुहागणी
जिन राम नाम उरहार, जिन्हां दे ਹਿਰਦੇ ਦੇ ਅੰਦਰ, ਜਿਨ੍ਹਾਂ ਦੇ ਕੰਠ ਦੇ ਉੱਤੇ ਸਭ ਕਹਿੰਦੇ ਰੱਬੀ ਨਾਮ ਦਾ ਹਾਰ ਪੈ ਜਾਏ, ਜਿਨ੍ਹਾਂ ਦੀ ਸੁਰਤ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਏ, ਉਹ ਸੱਚਮੁੱਚ ਸੁਹਾਗਣੀਆਂ ਹੋ ਜਾਂਦੀਆਂ ਨੇ, ਉਹ ਸੱਚਮੁੱਚ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਸਭ ਕਿਰਪਾਲੂ ਦਇਆ ਕਰਨ, ਸਾਡੇ ਉੱਤੇ ਬਖਸ਼ਿਸ਼ ਕਰਨ। ਐਸੇ ਮਹਾਨ ਗੁਰਮੁਖ ਸ਼ਹੀਦਾਂ ਤਿਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਣ ਦੀ ਸਾਨੂੰ ਜਾਚ ਆ ਜਾਏ, ਜਿਨ੍ਹਾਂ ਨੇ ਸਾਨੂੰ ਇਹ ਸਿਖਾ ਦਿੱਤਾ ਹਾਲਾਤ ਕਿਵੇਂ ਦੇ ਵੀ ਹੋਣ, ਸਰੀਰ ਤਿਆਗਣਾ ਪੈ ਜਾਏ, ਮੁਸ਼ਕਲ ਹਾਲਾਤਾਂ 'ਚ ਜਿਉਣਾ ਪੈ ਜਾਏ, ਪਰ ਸਿੱਖੀ ਜਿਹੜੀ ਹੈ ਇਹ ਨਹੀਂ ਤਿਆਗਣੀ। ਸਭ ਕਿਰਪਾਲੂ ਦਇਆ ਕਰਨ, ਸਾਨੂੰ ਜਾਚ ਆ ਜਾਏ, ਸਿੱਖੀ ਕੇਸਾਂ ਸਵਾਸਾਂ ਦੇ ਨਾਲ ਸਾਡੀ ਵੀ ਨਿਭ ਜਾਏ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਬੁਲਾਓ ਜੀ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।